हाँ जी, बहुत ही सत्कारयोग ਅੱਜ ਦੀ ਇਸ ਸ਼ਾਇਰਾਨਾ ਮਹਿਫਿਲ ਦੇ ਵਿੱਚ ਸ਼ਾਮਲ ਸਾਰੇ ਸ਼ਾਇਰ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਤੇ ਮੀਡੀਆ ਪ੍ਰਵਾਸ ਵੱਲੋਂ ਇੱਕ ਵਾਰੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਅਗਲੀ ਕਾਰਵਾਈ ਲਈ ਜਿਹੜਾ ਮੰਚ ਹੈ ਉਹ ਮੈਡਮ ਮਨਦੀਪ ਕੌਰ ਜੀ ਦੇ ਹਵਾਲੇ ਕਰਦਾ। ਮੈਡਮ ਮਨਦੀਪ ਕੌਰ ਅਗਲੀ ਕਾਰਵਾਈ ਚਲਾਉਣਗੇ। ਮੈਡਮ ਮਨਦੀਪ ਕੌਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਣਾ ਮਾਈਕ ਔਨ ਕਰ ਲਓ ਮੈਮ। जी ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵੀਰ ਜੀ, ਬਹੁਤ-ਬਹੁਤ ਧੰਨਵਾਦ। ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦਾ 16ਵਾਂ ਕਵੀ ਦਰਬਾਰ ਹੈ ਜੋ ਭੈਣ ਜੀ ਨਿਰਮਲ ਕੋਟਲਾ ਜੀ ਦੀ ਅਗਵਾਈ ਵਿੱਚ ਔਰ ਮੀਡੀਆ ਪ੍ਰਵਾਸ ਦੇ ਸਹਿਯੋਗ ਨਾਲ ਡਾਕਟਰ ਕੁਲਦੀਪ ਸਿੰਘ ਦੀਪ ਜੀ ਦੇ ਸਹਿਯੋਗ ਨਾਲ ਇਹ ਅੱਜ ਹੋਣ ਜਾ ਰਿਹਾ ਹੈ ਔਰ ਜੋ ਸਾਰੀਆਂ ਭੈਣਾਂ ਨੇ ਪਹੁੰਚ ਚੁੱਕੀਆਂ ਨੇ। ਉਮੀਦ ਕਰਦੇ ਹਾਂ ਬਹੁਤ ਹੀ ਅੱਛਾ ਸਾਰਾ ਸਮਾਂ ਗੁਜ਼ਰੇਗਾ। ਸੋ ਮੈਂ ਬੇਨਤੀ ਕਰਦੀ ਹਾਂ ਮੰਚ ਪ੍ਰਧਾਨ ਭੈਣ ਨਿਰਮਲ ਕੋਟਲਾ ਜੀ ਨੂੰ ਕਿ ਉਹ ਦੋ ਸ਼ਬਦ ਕਹਿਣ ਤਾਂ ਕਿ ਅਸੀਂ ਅੱਗੇ ਦੀ ਕਾਰਵਾਈ ਕਰ ਸਕੀਏ। ਹਾਂਜੀ ਨਿਰਮਲ ਭੈਣ ਜੀ। ਮਾਈਕ ਖੋਲੋ ਮੈਡਮ, ਮਾਈਕ। ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਲਗਾਤਾਰਤਾ ਦੇ ਵਿੱਚ ਅਸੀਂ ਲਾਈਵ ਪ੍ਰੋਗਰਾਮ ਕਵੀ ਦਰਬਾਰ ਕਰਾਉਂਦੇ ਹਾਂ ਆਪਣੇ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ। ਉਸੇ ਹੀ ਲੜੀ ਤਹਿਤ ਅੱਜ ਸਾਡਾ ਜਿਹੜਾ ਹੈ 16ਵਾਂ ਕਵੀ ਦਰਬਾਰ ਅਸੀਂ ਜਿਹੜਾ ਆ ਉਹ ਪੇਸ਼ ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਾਂਗੇ ਮੀਡੀਆ ਪ੍ਰਵਾਸ ਦੇ ਸੰਚਾਲਕ ਡਾਕਟਰ ਕੁਲਦੀਪ ਜੀ ਦਾ, ਸਾਡੇ ਹੋਸਟ ਭੈਣ ਜੀ ਮਨਦੀਪ ਕੌਰ ਭਦੌੜ ਜੀ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਆਈਆਂ ਸਾਰੀਆਂ ਹੀ ਭੈਣਾਂ, ਇਹਨਾਂ ਦਾ ਅਸੀਂ ਨਿੱਘਾ ਜੀ ਆਇਆ ਆਖਦੇ ਹਾਂ। ਤੇ ਮੈਂ ਆਪਣੀਆਂ ਚੰਦ ਲਾਈਨਾਂ ਦੇ ਨਾਲ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਆ ਉਹਨੂੰ ਸ਼ੁਰੂ ਕਰਨ ਜਾ ਰਹੀ ਹਾਂ। ਰੱਬ ਦੇਵੇ ਸ਼ੋਹਰਤਾਂ ਤਾਂ ਕਦੇ ਮਾਣ ਨਾ ਕਰੀਏ, ਰੱਬ ਦੇਵੇ ਸ਼ੋਹਰਤਾਂ ਕਦੇ ਮਾਣ ਨਾ ਕਰੀਏ, ਗੁੱਡੀ ਚੜ੍ਹਦੀ ਦੇ ਦੇਖੇ ਟੁੱਟਦੇ ਗਰੂਰ ਮੀਆਂ, ਵਾਹ ਕੀ ਲੋੜ ਸੀ ਗੂੜ ਪ੍ਰੀਤੀਆਂ ਪਾਵਣੇ ਦੀ। ਸ਼ੁਕਰੀਆ ਕੁਲਵਿੰਦਰ ਜੀ। ਕੀ ਲੋੜ ਸੀ ਗੂੜ ਪ੍ਰੀਤੀਆਂ ਪਾਵਣੇ ਦੀ, ਅਸੀਂ ਪਹਿਲਾਂ ਹੀ ਹੋਏ ਹਾਂ ਚੱਕਣਾ ਚੂਰਮੀਆਂ, ਕਹਿੰਦੇ ਇਸ਼ਕੇ ਦੇ ਨਿਭਾਵਣੇ ਬੜੇ ਔਖੇ, ਕਹਿੰਦੇ ਇਸ਼ਕੇ ਦੇ ਨਿਭਾਵਣੇ ਬੜੇ ਔਖੇ, ਇਹ ਘਰ ਸਵਲੜੇ ਬੜੇ ਹੀ ਦੂਰ ਮੀਆਂ, ਜੇ ਲਾ ਕੇ ਤੋੜ ਨਾ ਨਿਭਾਵਣੀ ਸੀ, ਜੇ ਲਾ ਕੇ ਨਾ ਤੋੜ ਨਿਭਾਵਣੀ ਸੀ, ਕਾਤੋਂ ਤੋੜੇ ਤੁਸਾਂ ਨੇ ਸੂਹੇ ਕਚੂਰਮੀਆਂ। ਵਾਹ ਵਾਹ ਕਿਆ ਬਾਤ ਹੈ। ਤੁਸਾਂ ਨੇ ਫੁੱਲ ਸੂਹੇ ਕਚੂਰਮੀਆਂ ਜੀ। ਸ਼ੁਕਰੀਆ ਨਿਰਮਲ ਦਿਲਾਂ ਨਾਲ ਖੇਡ ਡਾਚੀ ਵਾਲੜੇ ਤੁਰ ਜਾਵਨ, ਨਿਰਮਲ ਦਿਲਾਂ ਨਾਲ ਖੇਡ ਡਾਚੀ ਵਾਲੇ ਤੁਰ ਜਾਵਣ, ਸੱਸੀ ਥਲਾਂ ਚ ਸੜੇ ਮੁੱਢ ਤੋਰਿਆ ਦਸਤੂਰ ਮੀਆਂ, ਦਸਤੂਰ ਮੀਆਂ ਮੁੱਢ ਤੋਰਿਆ ਦਸਤੂਰ। ਸ਼ੁਕਰੀਆ ਜੀ। ਬਹੁਤ ਵਧੀਆ, ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਅੱਜ ਹਾਂਜੀ ਸ਼ੁਕਰੀਆ ਭੈਣ ਜੀ ਤੁਹਾਡਾ। ਇਸ ਪ੍ਰੋਗਰਾਮ ਦਾ ਜਿਹੜਾ ਸੰਚਾਲਨ ਆ ਮੈਂ ਅੱਜ ਦੀ ਸਟੇਜ ਜਿਹੜੀ ਆ ਭੈਣ ਜੀ ਮਨਦੀਪ ਕੌਰ ਭਦੌੜ ਜੀ ਨੂੰ ਸੌਂਪ ਰਹੀ ਹਾਂ ਤੇ ਅਗਲਾ ਪ੍ਰੋਗਰਾਮ ਜਿਹੜਾ ਇਹ ਦੇਖਣ। ਬਹੁਤ ਧੰਨਵਾਦ ਜੀ। ਤੁਸੀਂ ਆਪਣੀ ਬਹੁਤ ਹੀ ਖੂਬਸੂਰਤ ਸ਼ਾਇਰੀ ਨਾਲ ਜੋ ਕਿ ਬਿਲਕੁਲ ਇੱਕ ਨਿਰਮਲ ਝਰਨੇ ਦੀ ਤਰ੍ਹਾਂ ਹੀ ਵਗਦੀ ਹੈ ਤੁਹਾਡੇ ਨਾਮ ਦੇ ਮੁਤਾਬਿਕ ਸ਼ੁਰੂਆਤ ਕਰੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਅੱਗੇ ਵੀ ਤੁਹਾਡੀਆਂ ਬਹੁਤ ਸਾਰੀਆਂ ਰਚਨਾਵਾਂ ਸੁਣਾਂਗੇ। ਅਸੀਂ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ। ਮੈਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਨਾ ਚਾਹੂੰਗੀ ਤੁਹਾਡੀ। ਇੱਕ ਨੋਵਲ ਹੈ ਬਹੁਤ ਪੁਰਾਣਾ ਅਸ਼ਕਤ ਮੁਖਤਾਰ ਦਾ, ਰੂਸ ਦੀ ਕ੍ਰਾਂਤੀ ਤੋਂ ਪਹਿਲਾਂ, ਭੈਣਾਂ ਨੋਵਲ ਹੈ। ਉਸਦੇ ਅੰਦਰ ਇੱਕ ਜਗ੍ਹਾ ਦੇ ਅੰਦਰ ਔਰਤਾਂ ਤਾਣੀ ਬੁਣਦੀਆਂ ਨੇ, ਨੀਮ ਅੰਧੇਰਾ ਕਮਰਾ, ਤੇ ਉੱਥੇ ਉਹਨਾਂ ਲਈ ਰੌਸ਼ਨੀ ਨਹੀਂ ਹੈ ਕੋਈ। ਸਾਰਾ ਦਿਨ ਉਹਨਾਂ ਨੇ ਸਿਰ ਸੱਟ ਕੇ ਤਾਣੀ ਬੁਣਨੀ ਹੁੰਦੀ ਹੈ। ਉਹਨਾਂ ਕੋਲ ਸਿਰਫ ਇੱਕ ਵਕਤ ਹੁੰਦਾ ਜਦੋਂ ਉਹਨਾਂ ਨੇ ਖਾਣਾ ਖਾਣਾ, ਕੁਛ ਦੇਰ ਦਾ, ਕੋਈ 20 ਮਿੰਟ ਦਾ। ਤਾਂ ਉਹ ਕਹਿੰਦੀਆਂ ਨੇ ਕਿ ਆਓ ਕੁੜੀਓ ਹੱਸ ਖੇਡ ਲਈਏ। ਉੱਥੇ 18 ਸਾਲ ਤੋਂ 80 ਸਾਲ ਦੀ ਕੁੜੀ ਨੂੰ ਕਿਹਾ ਜਾਂਦਾ ਕਿ ਆਓ ਕੁੜੀਓ ਹੱਸ ਖੇਡ ਲਈਏ। ਤਾਂ ਹਾਂਜੀ ਅੱਜ ਉਹੀ ਭੈਣਾਂ ਲਈ ਮੈਂ ਸ਼ਬਦ ਇਸਤੇਮਾਲ ਕਰੂੰ ਕਿ ਆਓ ਕੁੜੀਓ ਆਪਾਂ ਵੀ ਹੱਸ ਖੇਡ ਲਈਏ, ਕੁਛ ਆਪਣੇ ਦਿਲਾਂ ਦੀਆਂ ਗੱਲਾਂ ਕਰੀਏ, ਕੁਛ ਦੁੱਖ ਸੁੱਖ ਸਾਂਝੇ ਕਰੀਏ, ਕੁਛ ਅੱਛੀਆਂ ਗੱਲਾਂ ਕਰੀਏ।
दो लाइन अपनियां ना मैं सदा दूंगी साडी एक बहुत ही खूबसूरत और खूबसूरत कवित्री प्रीत कौर रियाड़ जी नूं कि ਉਹ ਆਪਣੀਆਂ ਮਤਲਬ ਨਜ਼ਮਾਂ ਦੇ ਨਾਲ ਸਾਨੂੰ ਸਰਸ਼ਾਰ ਕਰਨ। ਅਸੀਂ ਬਹੁਤ ਜਹਾਂਦੀਦਾਂ ਉਹਨਾਂ ਦੇ ਕਿ ਹਰ ਕਾਗਜ਼ੀ ਇਮਤਿਹਾਨ ਚ ਵੱਲ ਆਉਂਦੀਆਂ ਨੇ, ਫਿਰ ਚਿੜੀਆਂ ਕਿੱਧਰ ਉਡਾਰੀ ਲਾਉਂਦੀਆਂ। ਜ਼ਿੰਦਗੀ ਦੀ ਹਰ ਕੋਸ਼ਿਸ਼ ਆਪਣੇ ਨਾਕਾਮ ਕਰਦੇ ਨੇ, ਬਾਗੀ ਆਵਾਰਾ ਨਾਮ ਧਰਦੇ ਨੇ, ਖਿੱਚਦੇ ਨੇ ਲਕਸ਼ਮਣ ਰੇਖਾ ਦਹਲੀਜ਼ ਤੇ, ਫਿਰ ਚਿੜੀਆਂ ਅੰਦਰ ਹੀ ਸਹਿਮ ਜਾਂਦੀਆਂ ਨੇ। ਕਿਤਾਬਾਂ ਤੇ ਜ਼ਮੀ ਗਰਦ ਤੋਂ ਬੇਖਬਰ ਪੜ ਕੇ ਹੱਥ ਦੀਆਂ ਲਿਖਤਾਂ, ਕਿਸਮਤ ਨੂੰ ਕਹਿ ਮਜਬੂਰੀ, ਫਿਰ ਚਿੜੀਆਂ ਮਨ ਸਮਝਾਉਂਦੀਆਂ ਨੇ। ਜੋ ਹਰ ਇਮਤਿਹਾਨ ਚ ਅਵਲ ਆਉਂਦੀਆਂ ਨੇ, ਫਿਰ ਚਿੜੀਆਂ ਕਿੱਧਰ ਉਡਾਰੀ ਲਾਉਂਦੀਆਂ ਨੇ। ਕਿੱਧਰ ਉਡਾਰੀ, ਸਹੀ, ਬਹੁਤ ਸੋਹਣੀ ਗੱਲ ਕੀਤੀ। ਬਹੁਤ ਸ਼ੁਕਰੀਆ ਜੀ। ਇਹ ਕੁੜੀਆਂ ਇਹ ਚਿੜੀਆਂ ਅੱਜ ਚਹਾਉਣਗੀਆਂ 16ਵੇਂ ਕਵੀ ਦਰਬਾਰ ਚ, ਜਿਸ ਦੀ ਸ਼ੁਰੂਆਤ ਕਰਨਗੇ ਪ੍ਰੀਤ ਕੌਰ ਰਿਆੜ ਜੀ। ਆਓ ਜੀ। ਹਾਂ ਮਨਦੀਪ ਭੈਣ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਸਭ ਤੋਂ ਪਹਿਲਾਂ ਮੈਂ ਮੀਡੀਆ ਪ੍ਰਵਾਸ ਦਾ, ਕੁਲਦੀਪ ਵੀਰ ਜੀ ਦਾ ਤੇ ਆਪਣੀਆਂ ਸਾਰੀਆਂ ਭੈਣਾਂ ਦਾ ਜਿਹੜਾ ਵਾ ਉਹ ਸ਼ੁਕਰੀਆ ਅਦਾ ਕਰਦੀ ਹਾਂ ਕਿ ਅੱਜ ਫਿਰ ਇੱਕ ਵਾਰ ਇਸ ਮੰਚ ਤੇ ਆਉਣ ਦਾ ਮੌਕਾ ਮਿਲਿਆ। ਔਰ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਣੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਮੇਰੀ ਕਵਿਤਾ ਇਹ ਕੁੜੀਆਂ ਸਾਊ ਕਿੱਥੇ ਹੁੰਦੀਆਂ ਨੇ ਜੀ। ਕੀ ਬਾਤ। ਸੱਚੀ ਸੱਚੀ ਕਿੱਥੇ ਸਾਊ ਹੁੰਦੀਆਂ ਨੇ ਕੁੜੀਆਂ, ਸੱਚੀ ਕਿੱਥੇ ਸਾਊ ਹੁੰਦੀਆਂ ਨੇ ਕੁੜੀਆਂ, ਐਵੇਂ ਆਖ ਦਿੰਦੇ ਨੇ ਲੋਕ, ਆਖੇ ਕੁੜੀਆਂ ਸਾਊ ਹੁੰਦੀਆਂ ਨੇ। ਹਾਂ ਹਾਂ ਰਤਾ ਵੀ ਤੇ ਸਾਊ ਨਹੀਂ ਹੁੰਦੀਆਂ ਕੁੜੀਆਂ, ਹਾਂ ਰਤਾ ਵੀ ਤੇ ਸਾਊ ਨਹੀਂ ਹੁੰਦੀਆਂ ਕੁੜੀਆਂ, ਬੜੀ ਬੇਰਹਿਮੀ ਨਾਲ ਮਾਰ ਦਿੰਦੀਆਂ ਨੇ ਆਪਣੇ ਸੁਪਨੇ, ਆਪਣੀਆਂ ਕਦਰਾਂ ਤੇ ਆਪਣੇ ਚਾਵਾਂ ਨੂੰ। ਬੜੀ ਬੇਰਹਿਮੀ ਨਾਲ ਮਾਰ ਦਿੰਦੀਆਂ ਨੇ ਆਪਣੇ ਸੁਧਰੇ, ਆਪਣੇ ਸੁਪਨੇ, ਆਪਣੇ ਕਦਰਾਂ ਤੇ ਆਪਣੇ ਚਾਵਾਂ ਨੂੰ। ਮੈਂ ਵੇਖਿਆ ਸੀ ਬਾਪੂ ਦੀ ਪੱਗ ਦੀ ਲਾਜ ਲਈ, ਮੈਂ ਵੇਖਿਆ ਸੀ ਬਾਪੂ ਦੀ ਪੱਗ ਦੀ ਲਾਜ ਲਈ, ਉਹ ਨਸ਼ੇੜੀ ਨਾਲ ਵੀ ਉਮਰ ਲੰਘਾਉਂਦੀ ਹੈ। ਪਤਾ ਕਿਉਂ ਮਾਂ ਵੀ ਤਾਂ ਕਹਿੰਦੀ ਸੀ, ਮਾਂ ਵੀ ਤਾਂ ਕਹਿੰਦੀ ਸੀ ਧੀਆਂ ਐਵੇਂ ਰੋਜ਼ ਰੋਜ਼ ਝੋਲਾ ਚੁੱਕ ਕੇ ਪੇਕੇ ਘਰ ਆਉਂਦੀਆਂ ਨਹੀਂ ਸੌਂਦੀਆਂ। ਮਾਂ ਵੀ ਤਾਂ ਕਹਿੰਦੀ ਸੀ ਕਿ ਧੀਆਂ ਰੋਜ਼ ਰੋਜ਼ ਝੋਲਾ ਚੁੱਕ ਕੇ ਪੇਕੇ ਘਰ ਆਉਂਦੀਆਂ ਵੀ ਤੇ ਨਹੀਂ ਸੌਂਦੀਆਂ। ਤੇ ਹੁਣ ਉਹ ਇਸੇ ਲਈ ਪੀ ਜਾਂਦੀ ਏ ਡੀਕ ਲਾ ਕੇ ਸਾਰੀਆਂ ਪੀੜਾਂ ਨੂੰ। ਤੇ ਹੁਣ ਉਹ ਇਸੇ ਕਰਕੇ ਪੀ ਜਾਂਦੀ ਏ ਡੀਕ ਲਾ ਕੇ ਸਾਰੀਆਂ ਪੀੜਾਂ ਨੂੰ, ਤੇ ਲੋਕ ਐਵੇਂ ਆਖ ਦਿੰਦੇ ਨੇ ਕੁੜੀਆਂ ਸਾਊ ਹੁੰਦੀਆਂ ਨੇ, ਤੇ ਲੋਕ ਐਵੇਂ ਆਖ ਦਿੰਦੇ ਨੇ ਕੁੜੀਆਂ ਸਾਊ ਹੁੰਦੀਆਂ ਨੇ। ਹਾਂ ਰਤਾ ਵੀ ਤੇ ਸਾਊ ਨਹੀਂ ਹੁੰਦੀਆਂ ਕੁੜੀਆਂ, ਹਾਂ ਰਤਾ ਵੀ ਤੇ ਸਾਊ ਨਹੀਂ ਹੁੰਦੀਆਂ ਕੁੜੀਆਂ। ਸ਼ੁਕਰੀਆ ਭੈਣ ਜੀ। ਬਹੁਤ ਖੂਬ, ਬਹੁਤ ਖੂਬ। ਨਾਰੀ ਵੇਦਨਾ ਨੂੰ ਤੁਸੀਂ ਵੈਸੇ ਵੀ ਵੇਦਨਾ ਨੂੰ ਬਹੁਤ ਗਹਿਰਾਈ ਨਾਲ ਲਿਖਦੇ ਹੋ, ਪਰ ਇਹ ਤਾਂ ਬਹੁਤ ਸ਼ੁਕਰੀਆ ਜੀ, ਬਹੁਤ ਖੂਬਸੂਰਤ ਜੀ। ਬਹੁਤ ਬਹੁਤ ਸ਼ੁਕਰੀਆ ਇੰਨੀ ਖੂਬਸੂਰਤ ਕਵਿਤਾ ਸਾਂਝੀ ਕਰਨ ਲਈ। ਬਹੁਤ ਸ਼ੁਕਰੀਆ ਜੀ। ਹੁਣ ਅਸੀਂ ਅਗਲਾ ਸੱਦਾ ਦੇਵਾਂਗੇ ਇੱਕ ਇੱਕ ਵਾਰ ਸਾਰਿਆਂ ਦੀ ਕਵਿਤਾ ਹੋ ਕੇ, ਫਿਰ ਆਪਾਂ ਦੁਬਾਰਾ ਆਉਂਦੇ ਹਾਂ ਪ੍ਰੀਤ ਜੀ ਤੇ। ਸਤਪਾਲ ਕੌਰ ਜੀ ਨੇ ਮੋਗਾ ਤੋਂ ਮੇਰੇ ਖਿਆਲ ਨਾਲ ਅੱਜ ਪਹਿਲੀ ਵਾਰ ਸ਼ਾਮਲ ਹੋਏ ਨੇ ਸਾਡੇ ਨਾਲ ਕਵੀ ਦਰਬਾਰ ਦੇ ਅੰਦਰ। ਦੂਸਰੀ ਵਾਰ ਹਾਂਜੀ ਦੂਸਰੀ ਵਾਰ ਜੀ। ਬਹੁਤ ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਕਿਉਂਕਿ ਅੱਜ ਮੈਨੂੰ ਮਤਲਬ ਕਿ ਇਹ ਮੌਕਾ ਮਿਲਿਆ ਕਿ ਤੁਹਾਡੇ ਨਾਲ ਬੈਠਾਂ, ਤੁਹਾਡੇ ਰਚਨਾਵਾਂ ਸੁਣਾ, ਉਹ ਮੇਰਾ ਪਹਿਲੀ ਵਾਰ। ਹਰ ਦਰਦ ਦੀ ਦਵਾ ਬਣ ਜਾਈਏ ਬਿਨਾਂ ਅਹਿਸਾਨ ਕੀਤਿਆਂ, ਇਨਸਾਨੀਅਤ ਦੇ ਫਰਜ਼ ਨਿਭਾਈਏ। ਸੋ ਆਪਣੀ ਕਵਿਤਾ ਤੁਸੀਂ ਜੋ ਹੈ ਸਾਡੇ ਨਾਲ ਸਾਂਝੀ ਕਰੋ ਸਤਪਾਲ ਜੀ। ਹਾਂਜੀ, ਮੇਰੀ ਕਵਿਤਾ ਜੀ, ਹਾਂਜੀ ਦੋ ਲਾਈਨਾਂ ਤੁਹਾਡੀ ਕਵਿਤਾ ਦੀ। ਔਰਤ ਤੇ ਲਿਖੀ ਹੋਈ ਹੈ ਜੀ। ਔਰਤ ਘਰ ਦੀ ਸ਼ਾਨ ਹੁੰਦੀ ਏ, ਔਰਤ ਘਰ ਦੀ ਸ਼ਾਨ ਹੁੰਦੀ ਏ, ਮਾਂ ਭੈਣ ਪਤਨੀ ਦੇ ਰੂਪ ਵਿੱਚ, ਮਾਂ ਭੈਣ ਪਤਨੀ ਦੇ ਰੂਪ ਵਿੱਚ ਰਿਸ਼ਤਿਆਂ ਨੂੰ ਦਿਲ ਤੋਂ ਨਿਭਾਉਂਦੀ ਏ। ਸਿੱਖਿਆ ਦੇ ਖੇਤਰ ਵਿੱਚ ਅੱਗੇ, ਸਿੱਖਿਆ ਦੇ ਖੇਤਰ ਵਿੱਚ ਅੱਗੇ ਮੱਲਾਂ ਮਾਰਦੀ ਨਜ਼ਰ ਆਉਂਦੀ ਏ। ਡਾਕਟਰ ਵਕੀਲ ਅਧਿਆਪਕ ਬਣ ਕੇ, ਡਾਕਟਰ ਵਕੀਲ ਅਧਿਆਪਕ ਬਣ ਕੇ
ਪਾਇਲਟ ਕਲਪਨਾ ਚਾਵਲਾ ਵਾਂਗੂ ਨਾਮ ਰੌਸ਼ਨ ਮਾਪਿਆਂ ਦਾ ਕਰਦੀ ਏ। ਸੋ ਬਹੁਤ ਦੂਜਿਆਂ ਦੇ ਦੁੱਖ ਸਹਿ ਨਹੀਂ ਸਕਦੀ, ਦੂਜਿਆਂ ਦੇ ਦੁੱਖ ਸਹਿ ਨਹੀਂ ਸਕਦੀ, ਅੱਗੇ ਹੋ ਕੇ ਆਪ ਚੱਲਦੀ ਏ। ਭੁੱਖ ਵਿੱਚ ਬੇਟੀ ਨੂੰ ਨਾ ਮਾਰੋ, ਭੁੱਖ ਵਿੱਚ ਬੇਟੀ ਨੂੰ ਨਾ ਮਾਰੋ, ਬੇਟੀ ਹੀ ਔਰਤ ਬਣਦੀ ਏ। ਕਿਆ ਬਾਤ ਹੈ। ਜਨਨੀ ਹੁੰਦੀ ਦੁਨੀਆ ਦੀ ਏ, ਜਨਨੀ ਹੁੰਦੀ ਦੁਨੀਆ ਦੀ ਏ, ਦੁੱਖ ਨਹੀਂ ਮੁਸਕਾਨ ਦਿੰਦੀ ਏ। ਔਰਤ ਘਰ ਦੀ ਸ਼ਾਨ ਹੁੰਦੀ ਏ, ਮਾਂ ਭੈਣ ਪਤਨੀ ਦੇ ਰੂਪ ਵਿੱਚ ਰਿਸ਼ਤਿਆਂ ਨੂੰ ਦਿਲ ਤੋਂ ਨਿਭਾਉਂਦੀ ਏ। ਧੰਨਵਾਦ ਜੀ। ਬਹੁਤ ਖੂਬ, ਬਹੁਤ ਬਹੁਤ ਖੂਬ ਤੁਹਾਡੀ ਧੰਨਵਾਦ ਕਵਿਤਾ, ਜੀ। ਬਹੁਤ ਖੂਬਸੂਰਤ ਸ਼ੁਕਰੀਆ ਜੀ। ਤੁਸੀਂ ਔਰਤ ਦੇ ਜਜ਼ਬਾਤਾਂ ਦੀ ਤਰਜਮਾਨੀ ਕਰੀ ਹੈ। ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਖੂਬਸੂਰਤ ਕਵਿਤਾ ਸਾਂਝੀ ਕਰਨ ਲਈ। ਹੁਣ ਅਸੀਂ ਸੱਦਾ ਦਿੰਦੇ ਹਾਂ ਜੀ ਸਿਮਰਜੀਤ ਕੌਰ ਸਿਮਰ ਨੂੰ ਕਿ ਉਹ ਆ ਕੇ ਆਪਣੀ ਬਹੁਤ ਖੂਬਸੂਰਤ ਰਚਨਾ ਸਾਡੇ ਨਾਲ ਸਾਂਝੀ ਕਰਨ। ਆਓ ਸਿਮਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਮੇਰੀ ਰਚਨਾ ਦਾ ਸਿਰਲੇਖ ਹੈ ਕਵਿਤਾਵਾਂ। ਸੋ ਗੌਰ ਫਰਮਾਇਓ। ਅੱਜ ਅੱਖਾਂ ਨਹੀਂ ਸਜਾਵਾਂ ਰੋਈਆਂ, ਅੱਜ ਅੱਖਾਂ ਨਹੀਂ ਸਜਾਵਾਂ ਰੋਈਆਂ, ਗਲ ਵਿੱਚ ਪਈਆਂ ਬਾਹਾਂ ਰੋਈਆਂ। ਕੁਝ ਕੁ ਲਿਖੀਆਂ ਅੱਧ ਪਚੱਦੀਆਂ, ਕੁਝ ਕੁ ਲਿਖੀਆਂ ਅੱਧ ਪਚੱਦੀਆਂ, ਮੇਰੇ ਨਾਲ ਕਵਿਤਾਵਾਂ ਰੋਈਆਂ। ਵਾਹ, ਬੀਜਿਆ ਦੀ ਪੁੰਗਰਿਆ ਹੀ ਨਾ, ਬੀਜਿਆ ਦੀ ਤੇ ਪੁੰਗਰਿਆ ਹੀ ਨਾ, ਪੱਕ ਕੇ ਵਾਵਾਂ ਵਿੱਚ ਸਜਾਵਾਂ ਰੋਈਆਂ। ਗਮਲੇ ਵਾਲੀ ਮਿੱਟੀ ਆਖੇ, ਗਮਲੇ ਵਾਲੀ ਮਿੱਟੀ ਆਖੇ, ਤੇ ਆਹਾਂ ਵਿਚਲੀਆਂ ਆਹਾਂ ਰੋਈਆਂ। ਕੁਝ ਕੁ ਲਿਖੀਆਂ ਅੱਧ ਪਚੱਦੀਆਂ, ਮੇਰੇ ਨਾਲ ਕਵਿਤਾਵਾਂ ਰੋਈਆਂ। ਮਹਿਫਲ ਵਿੱਚ ਖੱਤ ਖੋਲ ਕੇ ਰੱਖਿਆ, ਮਹਿਫਲ ਵਿੱਚ ਖੱਤ ਖੋਲ ਕੇ ਰੱਖਿਆ, ਪੜ੍ਹ ਕੇ ਫੇਰ ਦੁਆਵਾਂ ਰੋਈਆਂ। ਧੀਆਂ ਦੀ ਤੇ ਜੂਨ ਹੀ ਐਸੀ, ਧੀਆਂ ਦੀ ਤੇ ਜੂਨ ਹੀ ਐਸੀ, ਪੁੱਤਾਂ ਬਾਝੋਂ ਮਾਵਾਂ ਰੋਈਆਂ। ਕੁਝ ਲਿਖੀਆਂ ਅੱਧ ਪਚੱਦੀਆਂ, ਮੇਰੇ ਨਾਲ ਕਵਿਤਾਵਾਂ ਰੋਈਆਂ। ਧੁੱਪਾਂ ਵਿੱਚ ਸੜਿਆ ਮੁਖੜਾ ਧੋ ਕੇ, ਧੁੱਪਾਂ ਵਿੱਚ ਸੜਿਆ ਮੁਖੜਾ ਧੋ ਕੇ, ਰੁੱਖਾਂ ਗਲ ਲੱਗ ਛਾਵਾਂ ਰੋਈਆਂ। ਸਿਮਰਨ ਸਫ਼ਰ ਫੁੱਲ ਵਿਖੇ, ਸਿਮਰਨ ਸਫ਼ਰ ਚ ਫੁੱਲ ਵਿਖੇ ਸੀ, ਹੁਣ ਕੰਡੇ ਕੱਟ ਕੇ ਰਾਹਾਂ ਰੋਈਆਂ। ਕੁਝ ਕੁ ਲਿਖੀਆਂ ਅੱਧ ਪਚੱਦੀਆਂ, ਮੇਰੇ ਨਾਲ ਕਵਿਤਾਵਾਂ ਰੋਈਆਂ। ਕੁਝ ਕੁ ਲਿਖੀਆਂ ਅੱਧ ਪਚੱਦੀਆਂ, ਮੇਰੇ ਨਾਲ ਕਵਿਤਾਵਾਂ ਰੋਈਆਂ। ਸ਼ੁਕਰੀਆ ਜੀ। ਬਹੁਤ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਬਹੁਤ ਸੋਹਣਾ, ਬਹੁਤ ਖੂਬ, ਬਹੁਤ ਸੋਹਣਾ। ਬਹੁਤ ਵਧੀਆ ਜੀ। ਤੁਹਾਡੀ ਕਵਿਤਾ ਦੇ ਸ਼ਬਦ ਤਾਂ ਪਕੇਰੇ ਸੀ ਹੀ, ਤੁਹਾਡੀ ਆਵਾਜ਼ ਦੇ ਠਹਿਰਾਵ ਨੇ ਵੀ ਉਸਦਾ ਵਜ਼ਨ ਹੋਰ ਬਹੁਤ ਵਧਾਤਾ। ਸਿਮਰ ਜੀ, ਤੁਸੀਂ ਬਹੁਤ ਹੀ ਖੂਬਸੂਰਤ ਰਚਨਾ ਸਾਡੇ ਨਾਲ ਸਾਂਝੀ ਕਰੀ। ਬਹੁਤ ਸੋਹਣਾ। ਬਿਲਕੁਲ, ਅਸੀਂ ਧੰਨਵਾਦੀ ਹਾਂ ਤੁਹਾਡੇ ਕਿ ਤੁਸੀਂ ਸਾਨੂੰ ਇੰਨੀ ਸੋਹਣੀ ਰਚਨਾ ਸੁਣਾਈ ਹੈ ਜੀ। ਉਸ ਤੋਂ ਬਾਅਦ ਜੀ ਸਾਡੇ ਨਾਲ ਹੁਣੇ ਜੁਆਇਨ ਹੋਏ ਨੇ ਅੰਜਨਾ ਮੈਨਨ ਜੀ। ਸਤਿ ਸ਼੍ਰੀ ਅਕਾਲ ਅੰਜਨਾ ਜੀ। ਹਾਂਜੀ, ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਰਚਨਾ ਸਾਡੇ ਨਾਲ ਸਾਂਝੀ ਕਰੋ। ਬਹੁਤ ਹੀ ਖੂਬਸੂਰਤ ਅਸ਼ਾਰ ਤੁਹਾਡੇ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਪ੍ਰਵਾਸ ਮੀਡੀਆ ਨੂੰ, ਜੀਆਂ ਨੂੰ ਤੇ ਸਾਰੀਆਂ ਭੈਣਾਂ ਨੂੰ। ਸਤਿ ਸ਼੍ਰੀ ਅਕਾਲ। ਮੇਰੀ ਰਚਨਾ ਹੈ, ਛੋਟੀ ਜੀ ਹੈ, ਤੂੰ ਆ ਤਾਂ ਸਹੀ। ਜੀ ਜੀ, ਤੂੰ ਆ ਤਾਂ ਸਹੀ, ਇਹ ਮੇਰੀ ਰਚਨਾ ਦਾ ਸਿਰਲੇਖ ਹੈ ਜੀ। ਰੂਹ 'ਚ ਹੈ ਤੇਰੀ ਮਹਿਕ ਦਾ ਅਹਿਸਾਸ, ਰੂਹ 'ਚ ਹੈ ਤੇਰੀ ਮਹਿਕ ਦਾ ਅਹਿਸਾਸ ਅਜੇ ਵੀ, ਤੇ ਤੂੰ ਕਿਤਾਬਾਂ 'ਚ ਰੱਖੇ ਸੁੱਕੇ ਗੁਲਾਬ ਵੇਖ ਕੇ ਨਾ ਮੁੜ ਜਾ। ਰੂਹ 'ਚ ਹੈ ਤੇਰੀ ਮਹਿਕ ਦਾ ਅਹਿਸਾਸ ਅਜੇ ਵੀ, ਤੇ ਤੂੰ ਕਿਤਾਬਾਂ 'ਚ ਰੱਖੇ ਸੁੱਕੇ ਗੁਲਾਬ ਵੇਖ ਕੇ ਨਾ ਮੁੜ ਜਾਵੀਂ। ਯਾਦ ਰੱਖੀ ਮੁਹੱਬਤ ਰੰਗੀਆਂ ਇਹ ਪੱਤੀਆਂ ਤਾਂ ਆਪਣੇ ਪਿਆਰ ਦੀ ਦਸਤਕ ਸੀ। ਯਾਦ ਰੱਖੀ ਮੁਹੱਬਤ ਰੰਗੀਆਂ ਇਹ ਪੱਤੀਆਂ ਤਾਂ ਆਪਣੇ ਪਿਆਰ ਦੀ ਦਸਤਕ ਸੀ,
ਤੇ ਮੇਰੀ ਉਡੀਕ ਦੀ ਗਵਾਹੀ ਵੀ। ਤੂੰ ਆ ਤਾਂ ਸਹੀ, ਤੂੰ ਆ ਤਾਂ ਸਹੀ, ਇਹ ਵੀ ਸੂਹੇ ਹੋ ਜਾਣਗੇ। ਵੇਖ ਸੁੱਕ ਤਾਂ ਮੈਂ ਰਹੀ ਇਹਨਾਂ ਪੱਤੀਆਂ ਦੇ ਹਰੇ ਹੋਣ ਦੀ ਆਸ 'ਚ। ਵੇਖ ਸੁੱਕ ਤਾਂ ਮੈਂ ਰਹੀ ਹਾਂ ਇਹਨਾਂ ਪੱਤੀਆਂ ਦੇ ਹਰੇ ਹੋਣ ਦੀ ਆਸ 'ਚ। ਕਿਤਾਬਾਂ 'ਚ ਰੱਖੇ ਸੁੱਕੇ ਗੁਲਾਬ ਵੇਖ ਕੇ ਨਾ ਮੁੜ ਜਾਣ। ਬਹੁਤ ਬਹੁਤ ਸ਼ੁਕਰੀਆ। ਬਹੁਤ ਅੱਛੇ। ਚੌਥੀ ਜੀ ਬਹੁਤ ਅੱਛੇ, ਬਹੁਤ ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਥੋੜੀਆਂ ਸ਼ੁਕਰੀਆ, ਤੁਹਾਨੂੰ ਲਾਈਨਾਂ ਦੇ ਪਸੰਦ ਆਏ। ਅੰਦਰ ਬਹੁਤ ਸ਼ਬਦ ਤੁਸੀਂ ਪਰੋ ਦਿੱਤੇ। ਬਿਲਕੁਲ ਇਹਦੇ ਨਾਲ ਕੁਛ ਇੱਕ ਮਿਲਦੀਆਂ ਜੁਲਦੀਆਂ ਦੋ ਲਾਈਨਾਂ ਮੈਂ ਕਹਿਣਾ ਚਾਹੂੰ, ਕਿਉਂਕਿ ਤੁਹਾਡੀ ਰਚਨਾ ਬਹੁਤ ਖੂਬਸੂਰਤ ਹੈ ਜੀ ਕਿ ਕਿਸ ਤਰ੍ਹਾਂ ਜੀ, ਰੁਕ ਗਿਆ ਸਮਾਂ, ਜਿਵੇਂ ਪੱਤੇ ਦੀ ਨੋਕ ਤੇ ਤਰੇਲ ਦੀ ਬੂੰਦ, ਕੁਛ ਪਲਾਂ ਦੀ ਮਹਿਮਾਨ, ਇੱਕ ਹਵਾ ਦਾ ਬੁੱਲਾ ਤੇ ਕੰਡੇ ਘਾਹ ਜਾਂ ਜ਼ਮੀਨ ਇਸ ਦਮ ਪੰਦਰ। ਆਹਾ ਵਾਹ ਬਹੁਤ ਖੂਬਸੂਰਤ। ਸ਼ੁਕਰੀਆ ਜੀ। ਹੁਣ ਮੈਂ ਜਿਨ੍ਹਾਂ ਨੂੰ ਬੁਲਾਉਣਾ ਚਾਹੂੰਗੀ ਉਹਨਾਂ ਲਈ ਮੈਂ ਆਪਣੀ ਇੱਕ ਹੋਰ ਦੋ ਲਾਈਨਾਂ ਕਹੂੰਗੀ ਕਿ ਕਦੇ ਸੁਰਮਈ ਸੂਰਜ ਢਲਦੀ ਸ਼ਾਮ ਔਰ ਕਦੇ ਉਗਦਾ ਸੂਰਜ ਕਿਸ ਤਰ੍ਹਾਂ ਮਿਲਦੀ ਆ ਕੇ ਮੈਨੂੰ ਤਨਹਾਈ ਮੇਰੀ। ਸੋ ਮੇਰੀ ਤਨਹਾਈ, ਹਾਂਜੀ ਇਹ ਮੇਰੀ ਤਨਹਾਈ ਜਿਸ ਚੀਜ਼ ਨੂੰ ਲੈ ਕੇ ਮਤਲਬ ਮੈਂ ਕਹਿ ਰਹੀ ਹਾਂ ਕਿ ਕੁਲਵਿੰਦਰ ਨੰਗਲ ਜੀ ਕਿਸ ਤਰ੍ਹਾਂ ਬਾਤ ਹੈ, ਤੁਹਾਡੀ ਸ਼ਾਇਰੀ ਸੁਣਨਾ ਚਾਹੁੰਦੀ ਹਾਂ। ਮਤਲਬ ਮੈਨੂੰ ਸ਼ਬਦ ਨਹੀਂ ਆਉਣ ਰਹੇ, ਮੈਂ ਇੰਨੀ ਜ਼ਿਆਦਾ ਬੇਸਬਰ ਹੋ ਰਹੀ ਹਾਂ ਇਸ ਚੀਜ਼ ਲਈ ਕਿ ਤੁਸੀਂ ਕੁਝ ਕਹੋ ਤੇ ਅਸੀਂ ਸੁਣੀਏ। ਤੋ ਆਪਣੀ ਰਚਨਾ ਸਾਂਝੀ ਕਰੋ ਕੁਲਵਿੰਦਰ ਨੰਗਲ ਜੀ, ਮੈਨੂੰ ਸ਼ਬਦ ਨਹੀਂ ਆ ਰਹੇ। ਅੱਛਾ, ਇੰਨੇ ਖੂਬਸੂਰਤ ਸ਼ਬਦ ਜੋ ਤੁਸੀਂ ਵਰਤੇ ਨੇ ਉਹਦੇ ਲਈ ਤਹਿ ਦਿਲੋਂ ਸ਼ੁਕਰੀਆ। ਮਨਦੀਪ ਕੌਰ ਜੀ, ਮੀਡੀਆ ਪਰਵਾਜ਼, ਭੈਣ ਨਿਰਮਲ ਕੌਰ ਕੋਟਲਾ ਜੀ ਤੇ ਹੋਰ ਸਾਰੀਆਂ ਭੈਣਾਂ ਜੋ ਅੱਜ ਸ਼ਿਰਕਤ ਕਰ ਰਹੀਆਂ ਨੇ। ਮੈਂ ਕੁਛ ਅਲੱਗ ਰੰਗ ਜੇ ਪੇਸ਼ ਕਰਾਂ ਤਾਂ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ। ਬੱਚਿਆਂ ਦਾ ਰੰਗ, ਬਚਪਨ ਦਾ ਜੀ ਰੰਗ। ਜੀ ਜ਼ਰੂਰ। ਮਦਾਰੀ ਆਂਦਾ ਸੀ ਸਾਡੇ ਕੋਲ ਤੇ ਉਹ ਬਾਂਦਰ ਬਾਂਦਰੀ ਦਾ ਖੇਡ ਦਿਖਾਉਂਦਾ ਸੀ ਸਾਨੂੰ। ਜੀ ਜੀ ਉਹ ਛੋਟੀ ਜਿਹੀ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿਉਂਕਿ ਮੈਂ ਦੇਖ ਰਹੀ ਹਾਂ ਕਿ ਜਦੋਂ ਕੋਈ ਸੀਰੀਅਸ ਜ਼ਿਆਦਾ ਹੋ ਜਾਂਦੇ ਤੇ ਮੇਰਾ ਦਿਲ ਕਰਦਾ ਕਿ ਜ਼ਿਆਦਾ ਸੀਰੀਅਸ ਨਾ ਹੋਣ ਦਵਾਂ। ਤੇ ਉਹ ਇੱਕ ਛੋਟੀ ਜਿਹੀ ਕਵਿਤਾ ਜਿਹੜੀ ਮੈਂ ਬੱਚਿਆਂ ਲਈ ਲਿਖੀ ਹੈ ਅੱਜ ਤੁਹਾਡੇ ਨਾਲ। ਤੁਹਾਡਾ ਵੀ ਆਪਣਾ ਇੱਕ ਅਲੱਗ ਹੀ ਰੰਗ ਹੈ ਕੁਲਵਿੰਦਰ ਜੀ, ਤੁਸੀਂ ਕੁਝ ਵੀ ਸੁਣਾਓ ਉਹ ਖੂਬਸੂਰਤ ਹੋ ਜਾਂਦਾ ਹੈ। ਸ਼ੁਕਰੀਆ ਸ਼ੁਕਰੀਆ। ਨਖਰੋ ਬਾਂਦਰੀ, ਹੱਥ ਵਿੱਚ ਡਮਰੂ ਡੁਗ ਡੁਗ ਕਰਕੇ ਗਲੀ ਦੇ ਵਿੱਚ ਮਦਾਰੀ ਆਵੇ। ਹੱਥ ਵਿੱਚ ਡਮਰੂ ਡੁਗ ਡੁਗ ਕਰਕੇ ਗਲੀ ਦੇ ਵਿੱਚ ਮਦਾਰੀ ਆਵੇ। ਨਖਰੋ ਬਾਂਦਰੀ ਮੋਢੇ ਚਾੜੇ ਭੋਲੇ ਬਾਂਦਰ ਨੂੰ ਖੂਬ ਤਰਾਵੇ। ਸ਼ੀਸ਼ਿਆਂ ਵਾਲੀ ਘੱਗਰੀ ਪਾ ਕੇ ਨਖਰੋ ਝਾਂਜਰ ਨੂੰ ਛਣਕਾਵੇ। ਸ਼ੀਸ਼ਿਆਂ ਵਾਲੀ ਘੱਗਰੀ ਪਾ ਕੇ ਨਖਰੋ ਝਾਂਜਰ ਨੂੰ ਛਣਕਾਵੇ। ਰੁੱਸ ਜਾਏ ਉਹ ਬਾਂਦਰ ਤਾਈਂ, ਰੁੱਸ ਜਾਏ ਉਹ ਬਾਂਦਰ ਤਾਈਂ, ਪੇਕੇ ਜਾਵੇ ਮੁੜ ਨਾ ਆਵੇ। ਬੰਦ ਕੱਢੇ ਤਰਲੇ ਹਾੜੇ, ਸੋਹਣਾ ਗੱਡਾ ਜੋੜ ਲਿਆਵੇ। ਵਿੱਚ ਵਿਚੋਲਾ ਬਣ ਮਦਾਰੀ ਦੋਵਾਂ ਦੀ ਫਿਰ ਸੁਲ੍ਹਾ ਕਰਾਵੇ। ਕਦੇ ਫਿਲਮ ਕਦੇ ਮੇਲੇ ਜਾਣ ਦੀ ਸ਼ਰਤੋਂ ਬਾਂਦਰ ਤਾਈਂ ਲਗਾਵੇ। ਨਵਾਂ ਸਾਈਕਲ ਖਰੀਦ ਕੇ ਬਾਂਦਰ ਨਖਰੋ ਨੂੰ ਘਰ ਮੋੜ ਲਿਆਵੇ। ਪੈਸੇ ਦਾਣੇ ਇਕੱਠੇ ਕਰਕੇ ਮਦਾਰੀ ਅਗਲੇ ਪਿੰਡ ਨੂੰ ਜਾਵੇ। ਪੈਸੇ ਦਾਣੇ ਇਕੱਠੇ ਕਰਕੇ ਮਦਾਰੀ ਅਗਲੇ ਪਿੰਡ ਨੂੰ ਜਾਵੇ। ਮਦਾਰੀ ਅਗਲੇ ਪਿੰਡ ਨੂੰ। ਬਹੁਤ ਵਧੀਆ, ਬਹੁਤ ਵਧੀਆ। ਬਹੁਤ ਖੂਬਸੂਰਤ ਰੰਗ। ਬਹੁਤ ਅੱਛਾ। ਜਦੋਂ ਅਸੀਂ ਤੁਹਾਡੇ ਕੋਲ ਦੁਬਾਰਾ ਪਹੁੰਚਾਂਗੇ ਤਾਂ ਅਸੀਂ ਤੁਹਾਡੇ ਕਾਟੋ ਦਾ ਪੇਟੀਐਮ ਵੀ ਸੁਣਨਾ ਹੈਗਾ। ਜ਼ਰੂਰ, ਹਾਂਜੀ ਮਤਲਬ ਅਸੀਂ ਬੱਚਿਆਂ ਵਾਲੀ ਹੀ ਸੁਣਾਂਗੇ ਤੁਹਾਡੇ ਕੋਲੋਂ। ਹਾਂਜੀ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਅਸੀਂ ਨਾ ਬੱਚਿਆਂ ਦੀਆਂ ਕਵਿਤਾਵਾਂ ਲਿਖਣੀਆਂ ਬੜੀਆਂ ਔਖੀਆਂ ਹੁੰਦੀਆਂ, ਇਸ ਤਰ੍ਹਾਂ ਦੇ ਸਭ ਤੋਂ ਬਚਪਨ ਨੂੰ ਮੁਸ਼ਕਿਲ ਯਾਦ ਕੰਮ ਕਰ। ਹਾਂ ਬਹੁਤ ਵਧਾਈ ਦੇ ਪਾਤਰ। ਸਾਰਿਆਂ ਦੇ ਚਿਹਰੇ ਤੇ ਮੁਸਕਾਨ ਲੈ ਆਂਦੀ ਤੁਸੀਂ। ਧੰਨਵਾਦ ਧੰਨਵਾਦ ਪਰਮਿੰਦਰ ਕੌਰ ਜੀ, ਧੰਨਵਾਦ ਸੋਹਣੇ ਸੋਹਣੇ ਕਮੈਂਟ ਦੇਣ ਲਈ। ਹਾਂਜੀ, ਇਸ ਤੋਂ ਬਾਅਦ ਬਹੁਤ ਹੀ ਖੂਬਸੂਰਤ ਲਫ਼ਜ਼ਾਂ ਦੀ ਰਚੇਤਾ
ਅਮਨਦੀਪ ਜੋਗਾ ਜੀ ਨੂੰ ਸੱਦਾ ਦੇ ਰਹੇ ਹਾਂ। ਅਸੀਂ ਬਹੁਤ ਖੂਬਸੂਰਤ ਰਚਨਾਵਾਂ ਲਿਖਦੇ ਆ, ਬਹੁਤ ਹੀ ਪਿਆਰੇ ਭਾਵ ਹੁੰਦੇ ਆ, ਬੜੇ ਹੀ ਮਾਸੂਮ ਜਿਹੇ ਭਾਵ ਹੁੰਦੇ ਆ। ਮੈਂ ਇਹਨਾਂ ਦੀਆਂ ਰਚਨਾਵਾਂ ਅਕਸਰ ਪੜ੍ਹਦੀ ਹਾਂ। ਸੋ ਅਮਨਦੀਪ ਜੋਗਾ ਜੀ ਆਓ ਔਰ ਆਪਣੀਆਂ ਰਚਨਾਵਾਂ ਸਾਡੇ ਨਾਲ ਸਾਂਝੀਆਂ ਕਰੋ। ਬਹੁਤ ਹੀ ਸਤਿਕਾਰਯੋਗ ਮੀਡੀਆ ਪ੍ਰਵਾਸ ਅਤੇ ਨਾਰੀ ਸਾਹਿਤਕ ਮੰਚ ਦੇ ਸਾਰੇ ਸਤਿਕਾਰਯੋਗ ਸ਼ਖਸੀਅਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਅੱਜ ਰੂਬਰੂ ਹੋਈ ਹਾਂ ਤੁਹਾਡੇ ਨਾਲ ਆਪਣੀ ਇੱਕ ਕਵਿਤਾ ਲੈ ਕੇ। ਡਾਰਾਂ ਕਵਿਤਾ ਮੇਰੀ ਪੇਸ਼ੇ ਖਿਦਮਤ ਹੈ ਜੀ ਮੇਰੀ ਕਵਿਤਾ ਡਾਰਾਂ। ਮੇਰੇ ਸੋਹਣੇ ਵਤਨਾਂ ਤੋਂ ਨਿੱਤ ਉੱਡਣ ਮੁਟਿਆਰਾਂ ਦੀਆਂ ਡਾਰਾਂ, ਗੱਭਰੂਆਂ ਦੀਆਂ ਡਾਰਾਂ ਉਹ ਮੁੜਨਾ ਮੋੜਨ ਮੁਹਾਰਾਂ। ਮੇਰੇ ਸੋਹਣੇ ਵਤਨਾਂ ਤੋਂ, ਮੇਰੇ ਪਿਆਰੇ ਵਤਨਾਂ ਤੋਂ ਨਿੱਤ ਉੱਡਣ ਮੁਟਿਆਰਾਂ ਦੀਆਂ ਡਾਰਾਂ, ਗੱਭਰੂਆਂ ਦੀਆਂ ਡਾਰਾਂ। ਉਹ ਜਾਂਦੇ ਸਮੁੰਦਰਾਂ ਤੋਂ ਪਾਰ ਨੇ, ਉਹ ਜਾਂਦੇ ਸਮੁੰਦਰਾਂ ਤੋਂ ਪਾਰ ਨੇ, ਲੈ ਕੇ ਅੱਖੀਆਂ 'ਚ ਸੁਪਨੇ ਹਜ਼ਾਰ ਨੇ, ਲੈ ਕੇ ਅੱਖੀਆਂ 'ਚ ਸੁਪਨੇ ਹਜ਼ਾਰ ਨੇ। ਪੱਕੇ ਹੋਣ ਲਈ ਜਵਾਨੀ ਸਾਰੀ ਬੀਤ ਜਾਂਦੀ, ਉਡੀਕਣ ਬਹਿ ਕੇ ਚੂੜੇ ਵਾਲੀਆਂ ਨਾਰਾਂ। ਮੇਰੇ ਸੋਹਣੇ ਵਤਨਾਂ ਤੋਂ, ਮੇਰੇ ਪਿਆਰੇ ਵਤਨਾਂ ਤੋਂ ਨਿੱਤ ਉੱਡਣ ਮੁਟਿਆਰਾਂ ਦੀਆਂ ਡਾਰਾਂ, ਗੱਭਰੂਆਂ ਦੀਆਂ ਡਾਰਾਂ। ਇੱਥੇ ਦਿਨ ਨੇ ਤੇ ਉਧਰ ਹੋਵਣ ਰਾਤਾਂ, ਇੱਥੇ ਦਿਨ ਨੇ ਤੇ ਉਧਰ ਹੋਵਣ ਰਾਤਾਂ, ਨਾ ਮੁਲਾਕਾਤਾਂ ਤੇ ਨਾ ਹੋਵਣ ਬਾਤਾਂ। ਮਾਪੇ ਬੈਠੇ ਨੇ ਘਰਾਂ ਦੇ ਵਿੱਚ ਕੱਲੇ ਕੱਲੇ, ਮਾਪੇ ਬੈਠੇ ਨੇ ਘਰਾਂ ਵਿੱਚ ਕੱਲੇ ਕੱਲੇ, ਉਦਾਸ ਜਾਪਣ ਉਹਨਾਂ ਦੇ ਚਿਹਰੇ ਦੀਆਂ ਨੁਹਾਰਾਂ। ਮੇਰੇ ਸੋਹਣੇ ਵਤਨਾਂ ਤੋਂ, ਮੇਰੇ ਪਿਆਰੇ ਵਤਨਾਂ ਤੋਂ ਨਿੱਤ ਉੱਡਣ ਮੁਟਿਆਰਾਂ ਦੀਆਂ ਡਾਰਾਂ, ਗੱਭਰੂਆਂ ਦੀਆਂ ਡਾਰਾਂ। ਇਹ ਤਾਂ ਸੌਆਂ ਤੋਂ ਬਣ ਗਏ ਹਜ਼ਾਰਾਂ, ਇਹ ਤਾਂ ਸੌਆਂ ਤੋਂ ਬਣ ਗਏ ਹਜ਼ਾਰਾਂ, ਵੱਧਦੀ ਗਿਣਤੀ ਵਾਂਗ ਵਿਦੇਸ਼ੀ ਬਾਜ਼ਾਰਾਂ। ਇਹ ਕਰ ਜਾਵਣਗੇ ਖਾਲੀ ਮੇਰਾ ਸੋਹਣਾ ਵਤਨ, ਇਹ ਕਰ ਜਾਵਣਗੇ ਖਾਲੀ ਮੇਰਾ ਸੋਹਣਾ ਵਤਨ। ਗੌਰ ਫਰਮਾਣਾ ਜੀ। ਜੇ ਲਈ ਸਾਰਨਾ ਸਮੇਂ ਦੀਆਂ ਸਰਕਾਰਾਂ, ਜੇ ਲਈ ਸਾਰਨਾ ਸਮੇਂ ਦੀਆਂ ਸਰਕਾਰਾਂ। ਮੇਰੇ ਸੋਹਣੇ ਵਤਨਾਂ ਤੋਂ, ਮੇਰੇ ਪਿਆਰੇ ਵਤਨਾਂ ਤੋਂ ਨਿੱਤ ਉੱਡਣ ਮੁਟਿਆਰਾਂ ਦੀਆਂ ਡਾਰਾਂ, ਗੱਭਰੂਆਂ ਦੀਆਂ ਡਾਰਾਂ। ਮੇਰੇ ਸੋਹਣੇ ਵਤਨਾਂ ਨੂੰ ਛੱਡਣ ਵਾਲਿਓ ਪਿਆਰਿਓ, ਅਮਨ ਜੋਗਾ ਦੀ ਇੱਕ ਗੱਲ ਵਿਚਾਰਿਓ। Look mom, that tree has left all leaves। ਤੁਹਾਡੇ ਬੱਚੇ ਕਿਤੇ ਭੁੱਲ ਨਾ ਜਾਵਣ ਬਸੰਤ ਪਤਝੜ ਦੀਆਂ ਸਾਰਾਂ, ਬਸੰਤ ਪਤਝੜ ਦੀਆਂ ਸਾਰਾਂ। ਮੇਰੇ ਸੋਹਣੇ ਵਤਨਾਂ ਤੋਂ, ਮੇਰੇ ਪਿਆਰੇ ਵਤਨਾਂ ਤੋਂ ਨਿੱਤ ਉੱਡਣ ਮੁਟਿਆਰਾਂ ਦੀਆਂ ਡਾਰਾਂ, ਗੱਭਰੂਆਂ ਦੀਆਂ ਡਾਰਾਂ। ਉਹ ਮੁੜਨਾ ਮੋੜਨ ਮੁਹਾਰਾਂ। ਮੇਰੇ ਸੋਹਣੇ ਵਤਨਾਂ ਤੋਂ, ਮੇਰੇ ਪਿਆਰੇ ਵਤਨਾਂ ਤੋਂ ਨਿੱਤ ਉੱਡਣ ਮੁਟਿਆਰਾਂ ਦੀਆਂ ਡਾਰਾਂ। ਧੰਨਵਾਦ ਜੀ। ਬਹੁਤ ਵਧੀਆ, ਬਹੁਤ ਵਧੀਆ। ਬਹੁਤ ਪਿਆਰਾ ਸ਼ੁਕਰੀਆ ਜੀ। ਅੱਜ ਦੀ ਤਰਾਸਦੀ ਹੈ, ਹਰ ਘਰ 'ਚ ਇਹੀ ਹਾਲ। ਬਿਲਕੁਲ 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 ਤਰਾਸਦੀ ਹੈ ਜੀ। ਹਾਂਜੀ, ਮੈਂ ਇਹਦੇ ਲਈ ਦੋ ਸ਼ਬਦ ਕਹਿਣਾ ਚਾਹੂੰਗੀ ਕਿ ਜਿਸ ਤਰ੍ਹਾਂ ਕਿ ਕੁਲਵਿੰਦਰ ਜੀ ਨੇ ਕਿਹਾ, ਅੱਜ ਹਰ ਘਰ ਦੀ ਤਰਾਸਦੀ ਹੈ, ਇਹ ਪੰਜਾਬ ਦੀ ਤਰਾਸਦੀ ਹੈ। ਕਹਿ ਲਓ ਕਿ ਮਜਬੂਰ ਆ ਪੇਰੈਂਟਸ ਵੀ ਬੱਚਿਆਂ ਨੂੰ ਆਪਣੇ ਤੋਂ ਦੂਰ ਕਰਨ ਲਈ, ਕਿ ਉਹਨਾਂ ਦੇ ਭਵਿੱਖ ਨੂੰ ਕਹਿ ਲਓ ਜਾਂ ਰੁਜ਼ਗਾਰ ਜਾਂ ਕੁਛ ਵੀ ਆਪਾਂ ਕਹਿ ਸਕਦੇ ਹਾਂ, ਰੁਜ਼ਗਾਰ ਨੂੰ। ਹਾਂਜੀ ਬਿਲਕੁਲ। ਪਰ ਲੇਖਕਾਂ ਦਾ ਵੀ ਇੱਕ ਫਰਜ਼ ਆ, ਉਹ ਵੀ ਕੱਖ ਹੁੰਦੇ ਨੇ ਸਮਾਜ ਦੇ, ਕਿ ਜੋ ਸਾਡੇ ਵਿਚਰ ਰਿਹਾ ਉਸਨੂੰ ਲਿਖਣਾ ਤਾਂ ਕਿ ਇੱਕ ਦਸਤਾਵੇਜ਼ ਬਣੇ ਆਉਣ ਵਾਲੇ ਸਮੇਂ। ਬਿਲਕੁਲ। ਕਿ ਸਮੇਂ ਦੀ ਅੱਖ ਬਹੁਤ ਕੁਝ ਦੇਖਦੀ ਹੈ, ਬੋਲਦੀ ਨਹੀਂ, ਤਾਂ ਜੋ ਸ਼ਬਦਾਂ ਦੇ ਅਰਥ ਨਾ ਬਦਲ ਜਾਣ। ਸੋ ਲੇਖਕਾਂ ਲਈ ਜ਼ਰੂਰੀ ਹੈ ਕਿ ਉਹ ਉਸ ਚੀਜ਼ ਨੂੰ ਲਿਖਣ, ਕਲਮਬੱਧ ਕਰਨ, ਤਾਂ ਕਿ ਨਸਲਾਂ ਇਸ ਪ੍ਰਵਾਸ ਦੇ ਦਰਦ ਨੂੰ ਸਮਝ ਸਕਣ ਕਿ ਆਸਾਨ ਨਹੀਂ ਸੀ ਇਹ। ਛੋਟੇ ਬੱਚਿਆਂ ਦਾ ਦੂਰ ਜਾਣਾ ਆਪਣੇ ਮਾਤਾ ਪਿਤਾ। ਹਾਂਜੀ ਭਾਰੀ ਹਾਂਜੀ ਹੋ ਗਿਆ ਮਾਹੌਲ। ਬਹੁਤ ਖੂਬਸੂਰਤ ਤੁਹਾਡੇ ਵਿਚਾਰ ਔਰ ਕਵਿਤਾ। ਹਾਂਜੀ, ਅਸੀਂ ਹੁਣ ਨਿਰਮਲ ਕੋਟਲਾ ਭੈਣ ਜੀ ਨੂੰ ਕਹਾਂਗੇ ਕਿ ਉਹ ਆਪਣੀ ਕੋਈ ਰਚਨਾ ਸਾਡੇ ਨਾਲ ਸਾਂਝੀ ਕਰਨ। ਬਹੁਤ ਹੀ ਖੂਬਸੂਰਤ ਪਿਆਰੇ ਸ਼ਬਦਾਂ 'ਚ ਭੈਣ ਜੀ ਕਰੋ ਸਾਡੇ ਨਾਲ ਤੁਸੀਂ। ਜੀ ਸ਼ੁਕਰੀਆ ਮਨਦੀਪ। ਆਪ ਸਾਡਾ ਜਿਹੜਾ ਸੀ ਪਹਿਲਾ ਪੜਾਅ ਬੜਾ ਹੀ ਵਧੀਆ
ਪਰ ਮੈਂ ਆਪਣੀ ਰਚਨਾ ਇੱਕ ਜੀ, ਗੀਤ ਜੀ। ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ। ਜੀ ਜੀ ਰਾਤੀ ਸੌ ਖਾ ਕੇ ਸੌਣਾ, ਛੱਡ ਦੇਣਾ ਪਲੜਾ ਤੇਰਾ। ਰਾਤੀ ਸੌ ਵਾਹ। ਖਾ ਕੇ ਸੌਣਾ, ਛੱਡ ਦੇਣਾ ਟੋਟੇ ਦੇ ਇਕੱਠੇ, ਚੜ੍ਹਦੇ ਦਿਨ ਫਿਰ ਮੁੱਖ ਤੱਕਣਾ ਤੇ। ਕਿਆ ਬਾਤ ਹੈ, ਕਿਆ ਬਾਤ। ਰਾਜੀ ਹਾਂ ਰਜਾ ਚ ਤੇਰੀ, ਚੰਨਾ ਮੁਖ ਮੋੜੀ ਨਾ, ਕਲੀਆਂ ਸੋਲ ਦਿਲ ਸੜ, ਵੇਖੀ ਕਿਤੇ ਤੋੜੀ ਨਾ। ਕਲੀਆਂ ਤੋਂ ਸੋਹਲ ਦਿਲ ਸੜ, ਵੇਖੀ ਕਿਤੇ ਤੋੜੀ ਨਾ। ਕਿਆ ਬਾਤ ਹੈ, ਬਹੁਤ ਕਿਆ- ਸ਼ੁਕਰੀਆ, ਬਹੁਤ ਵਧੀਆ। ਸ਼ੁਕਰੀਆ। ਵਾਹ ਠੰਡੜੀ ਆਵੇ, ਸੁੱਖਾਂ ਅਸੀਂ ਸੁਖਦੇ ਰਹੀਏ। ਵਾਹ ਤੇਰੀ ਠੰਡੜੀ ਆਵੇ, ਸੁੱਖਾਂ ਅਸੀਂ ਸੁਖਦੇ ਰਹੀਏ। ਮਾਰੇ ਅੜਿਆ, ਹਿਜਰਾਂ ਦੇ ਮਾਰੇ ਅੜਿਆ, ਭਾਵੇਂ ਅਸੀਂ ਤੁਖਦੇ ਰਹੀਏ। ਖੜੇ ਹਾਂ ਬਣ ਸਵਾਲੀ, ਆਸ ਕਿਤੇ ਤੋੜੀ ਨਾ, ਕਲੀਆਂ ਤੋਂ ਸੋਹਲ ਦਿਲ ਸਾਡੀ, ਕਿਤੇ ਤੋੜੀ ਨਾ। ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। क्या बात है, बहुत खूब। ਜੀ ਸ਼ੁਕਰੀਆ। ਖੂਬਸੂਰਤ ਅੰਦਾਜ਼। ਦੀਆਂ ਮੈਂ ਦੂਰ ਹਨੇਰੇ, ਫੁੱਲ ਦੇ ਪੈਰੀਆਂ ਕਰਾਂ ਮੈਂ ਦੂਰ ਹਨੇਰੇ। ਅੰਬ ਖੋਲਣ ਦੀ ਹਾਮੀ ਭਰਦੇ, ਲੈ ਆਵਾਂ ਮੈਂ ਸੁਰਖ ਸਵੇਰੇ। ਖੋਲਣ ਦੀ ਹਾਮੀ ਭਰਦੇ, ਲੈ ਆਵਾਂ ਮੈਂ ਸੁਰਖ ਸਵੇਰੇ। ਰੀਝਾਂ ਨੇ ਗੁੰਦੀਆਂ, ਵੇਖੀ ਕਿਤੇ ਮੋੜੀ ਨਾ। हाँ ਕਿਆ ਬਾਤ। ਰੀਝਾਂ ਦੀ ਹੱਥ ਮੋੜੀ ਨਾ, ਤੋੜੀ ਨਾ। ਕਰ ਲੈ जी आवाज की डिस्टरबेंस ज्यादा है। ਥੋੜੀ ਜੀ ਹਾਂਜੀ ਪ੍ਰੋਬਲਮ ਆ ਰਹੀ, ਸ਼ਾਇਦ ਨੈਟਵਰਕ ਦੀ ਕੋਈ ਦਿੱਕਤ ਹੈ। ਮਿੱਠੜੇ ਤੇਰੇ ਬੋਲ ਸੁਣਨ ਨੂੰ। ਜੀ ਸ਼ੁਕਰੀਆ ਜੀ। ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ, ਮੇਰੀ ਆਵਾਜ਼ ਆ ਰਹੀ ਹੈ ਮਨਦੀਪ ਜੀ? हाँ जी हम ठीक है। ਹਾਂਜੀ 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 ਹੁਣ ਆ ਰਹੀ ਹੈ। ਹੁਣ ਆ ਰਹੀ ਹੈ। ਤਰਸੇ ਰੂ ਮੇਰੀ, ਤਰਸੇ ਰੂ ਮੇਰੀ, ਚੱਤੋ ਪੈ ਰਵੇਂ ਵਿਸ ਘੋਲਦਾ। ਤੇ ਬੋਲ ਸੁਣ ਨੂੰ, ਤਰਸੇ ਰੂ ਮੇਰੀ, ਚੱਤੋ ਪੈ ਰਵੇਂ ਵਿਸ ਘੋਲਦਾ। ਪੂਰੀ ਨਾ ਲੱਥਦੀ ਤੇਰੀ, ਕਲੇ ਪੂਰਾ ਪੂਰਾ ਨਾਵਾ, ਆਖਾ ਤੂੰ ਮੋੜੀ ਨਾ, ਕਲੀਆਂ ਤੋਂ ਸੁਖ ਸਾਡਾ ਕਿਤੇ ਮੋੜੀ ਨਾ। ਜਨਮਾਂ ਰਿਸ਼ਤਾ ਅੜਿਆ ਮੇਰਾ, ਜਨਮਾਂ ਜਨਮਾਂ ਦਾ ਅੜਿਆ ਰਿਸ਼ਤਾ ਏ ਤੇਰਾ ਮੇਰਾ। ਸੁੱਖ ਕੇ ਤੋੜਨ ਦਾ ਵੇ, ਵੱਡੜਾ ਕਰੇ ਨਿਰਮਲ ਜਿਹਦਾ। ਰਿਸ਼ਤਾ ਏ ਤੇਰਾ ਮੇਰਾ, ਸੁੱਖ ਕੇ ਤੋੜਨ ਦੇ, ਵੱਡੜਾ ਕਰੇ ਨਿਰਮਲ ਜਿਹੜਾ। ਪ੍ਰੀਤਾਂ ਸੰਗ ਨਿਭਜੇ, ਪ੍ਰੀਤਾਂ ਸੰਗ ਨਿਭਜੇ ਸਾਡੀ, ਹੋਰਾਂ ਸੰਗ ਜੋੜੀ ਨਾ। ਕਲੀਆਂ ਤੋਂ ਸੋਹਲ ਦਿਲ ਸਾਡਾ, ਵੇਖੀ ਕਿਤੇ ਤੋੜੀ। ਰਾਤੀ ਕਿਆ ਬਾਤ ਹੈ। ਤੇਰਾ ਕਰ ਦਿਲ ਦੇ ਕੱਟੇ, ਮੁੱਖ ਤੱਕਣਾ ਤੇਰਾ। ਸ਼ੁਕਰੀਆ ਜੀ, ਸ਼ੁਕਰੀਆ। ਬਹੁਤ ਹੀ ਖੂਬ, ਬਹੁਤ ਬਹੁਤ ਸੋਹਣਾ, ਖੂਬਸੂਰਤ ਰਚਨਾ ਬਹੁਤ ਸੋਹਣਾ, ਸਾਂਝੀ ਬਹੁਤ ਕਰੀ। खूबसूरत ਸ਼ੁਕਰੀਆ है ਜੀ। ਬਹੁਤ बहुत वधिया। ਬਹੁਤ ਪਿਆਰੀ ਰਚਨਾ ਜੀ। ਸਰ ਜੀ ਬਹੁਤ ਬਹੁਤ ਸ਼ੁਕਰੀਆ। ਪ੍ਰੀਤ ਜੀ ਧੰਨਵਾਦ। ਮਨਦੀਪ ਬਹੁਤ ਬਹੁਤ ਧੰਨਵਾਦ। ਇਹ ਤੁਹਾਡੀਆਂ ਲਿਖੀਆਂ ਹੋਈਆਂ ਰਚਨਾਵਾਂ ਚੋਂ ਜਿਹੜੀਆਂ ਮੇਰੀਆਂ ਕੁਝ ਫੇਵਰਿਟ ਰਚਨਾਵਾਂ ਨੇ, ਉਹਨਾਂ ਚੋਂ ਇੱਕ ਹੈ। ਮੈਨੂੰ ਬੇਹੱਦ ਖੁਸ਼ੀ ਹੋਈ ਕਿ ਤੁਸੀਂ ਇਹ ਸਾਂਝੀ ਕਰੀ ਸਾਡੇ ਨਾਲ। ਸੋ ਹੁਣ ਆਪਣਾ ਹਾਂਜੀ ਪਹਿਲਾ ਬੜਾ ਸ਼ੁਕਰੀਆ। ਬਹੁਤ ਵਧੀਆ ਤਰੀਕੇ ਨਾਲ ਪੂਰਾ ਹੋ ਗਿਆ। ਹੁਣ ਆਪਾਂ ਦੁਬਾਰਾ ਸ਼ੁਰੂਆਤ ਕਰਦੇ ਹਾਂ। ਮੈਂ ਆਪਣੀਆਂ 2 ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗੀ ਉਹਦੇ ਲਈ। ਇਸ ਤੋਂ ਪਹਿਲਾਂ ਕਿ ਮੈਂ ਪ੍ਰੀਤ ਕੌਰ ਰਿਆੜ ਜੀ ਨੂੰ ਸੱਦਾ ਦੇਵਾਂ, ਤੈਂ ਮੈਨੂੰ ਮੁਹੱਬਤ ਕੀਤੀ ਮੈਂ ਮੰਨ ਲਿਆ, ਮੈਨੂੰ ਮੁਹੱਬਤ ਦੀ ਮੂਰਤ ਕਿਹਾ ਮੈਂ ਇਹ ਵੀ ਮੰਨ ਲਿਆ। ਅੜਿਆ ਹੁਣ ਮੈਨੂੰ ਤਰਾਸ਼ ਨਾ, ਕਿਤੇ ਮੈਂ ਬਦਲਣਾ ਚਾਹਾਂ। ਜੇ ਮੈਂ ਹੀ ਨਾ ਰਹੀ ਤਾਂ ਤੇਰੀ ਮੁਹੱਬਤ ਦੇ ਅਰਥ ਵੀ ਬਦਲ ਜਾਣ। ਕਿਆ ਬਾਤ ਹੈ। ਸ਼ੁਕਰੀਆ ਜੀ, ਬਹੁਤ क्या बात है। ਕਮਾਲ। ਬਹੁਤ ਸ਼ੁਕਰੀਆ। ਹੁਣ ਪ੍ਰੀਤ ਕੌਰ ਰਿਆੜ ਜੀ। ਹਾਂਜੀ
ਤੁਹਾਡੀ ਆਵਾਜ਼ ਨਹੀਂ ਕਲੀਅਰ। ਅੱਛਾ, ਨੈਟ ਦੀ ਪ੍ਰੋਬਲਮ ਹੈ ਸ਼ਾਇਦ। ਪ੍ਰੀਤ ਜੀ ਤੁਸੀਂ ਆਪਣੀ ਰਚਨਾ ਸਾਂਝੀ ਕਰੋ ਸਾਡੇ ਨਾਲ। ਹਾਂਜੀ ਮਨਦੀਪ ਜੀ, ਮੈਂ ਆਪਣੀ ਰਚਨਾ ਸਾਂਝੀ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਸ਼ੇਅਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਜੀ ਜੀ ਜ਼ਰੂਰ ਜ਼ਰੂਰ। ਚੱਲ ਇਰਸ਼ਾਦ। ਚੱਲ ਆ ਫਿਰ ਖੇਡੀਏ ਮੁਹੱਬਤ ਦੇ ਰੰਗਾਂ ਨਾਲ। ਕਿਆ ਬਾਤ ਚੱਲ ਹੈ। ਆ ਫਿਰ ਖੇਡੀਏ ਮੁਹੱਬਤ ਦੇ ਰੰਗਾਂ ਨਾਲ, ਤੇ ਤੂੰ ਸਾਰੇ ਰੰਗ ਚੁਰਾ ਕੇ ਫੇਰ ਬੇਰੰਗ ਕਰ ਜਾਵੀਂ ਮੈਨੂੰ। ਵਾਹ ਵਾਹ ਵਾਹ, ਬਹੁਤ ਖੂਬ। ਤੁਹਾਨੂੰ ਸੁਣਨਾ ਬਹੁਤ ਵੀ ਬਹੁਤ ਸ਼ੁਕਰੀਆ, ਵੱਡੀ ਗੱਲ ਹੈ ਬਹੁਤ ਜੀ। ਬਹੁਤ ਬਹੁਤ ਸ਼ੁਕਰੀਆ ਵਧੀਆ ਜੀ। ਲੱਗਦਾ ਹੈ, ਬਹੁਤ ਵਧੀਆ ਲੱਗਦਾ ਹੈ ਪ੍ਰੀਤ ਜੀ। ਬਿਲਕੁਲ। ਔਰ ਹੁਣ ਮੈਂ ਤੁਹਾਡੇ ਨਾਲ ਆਪਣੀ ਰਚਨਾ ਸਾਂਝੀ ਕਰਦੀ ਹਾਂ। ਜੀ। ਲਿਖਦੀ ਹਾਂ ਦਰਦਾਂ ਨੂੰ, ਲਿਖਦੀ ਹਾਂ ਦਰਦਾਂ ਨੂੰ ਕਿ ਸ਼ਾਇਦ ਉਸਨੂੰ ਅਹਿਸਾਸ ਹੋਵੇ। ਲਿਖਦੀ ਹਾਂ ਦਰਦਾਂ ਨੂੰ ਕਿ ਸ਼ਾਇਦ ਉਸਨੂੰ ਅਹਿਸਾਸ ਹੋਵੇ ਕਿ ਖਾਬਾਂ ਦੇ ਖੇਤਾਂ ਵਿੱਚ ਰੀਝਾਂ ਕੋਈ ਅਜੇ ਵੀ ਪੁਗਾ ਰਹੀ ਹੈ। ਕਿਆ ਬਾਤ। ਲਿਖਦੀ ਹਾਂ ਦਰਦਾਂ ਨੂੰ ਕਿ ਸ਼ਾਇਦ ਉਸਨੂੰ ਅਹਿਸਾਸ ਹੋਵੇ ਕਿ ਖਾਬਾਂ ਦੇ ਖੇਤਾਂ ਵਿੱਚ ਰੀਝਾਂ ਕੋਈ ਅਜੇ ਵੀ ਪੁਗਾ ਰਹੀ ਹੈ। ਕਰਕੇ ਵਾਅਦੇ ਕਦੇ ਵੀ ਨਾ ਹੋਈ ਮੁਨਕਰ, ਕਰਕੇ ਵਾਅਦੇ ਕਦੇ ਵੀ ਨਾ ਹੋਈ ਮੁਨਕਰ, ਟਰ ਕੇ ਹਿਜਰਾਂ ਦੀ ਨਦੀ ਨੂੰ ਮੈਂ ਵਾਅਦੇ ਪੁਗਾ ਰਹੀ ਹਾਂ। ਵਾਹ ਜੀ ਵਾਹ। ਤਰ ਕੇ ਹਿਜਰਾਂ ਦੀ ਨਦੀ ਨੂੰ ਮੈਂ ਵਾਅਦੇ ਪੁਗਾ ਰਹੀ ਹਾਂ। ਐ ਖੁਦਾ, ਐ ਖੁਦਾ ਮੇਰੇ ਇਸ਼ਕ ਦੀ ਹਿਫਾਜ਼ਤ ਕਰ। ਐ ਖੁਦਾ ਮੇਰੇ ਇਸ਼ਕ ਦੀ ਹਿਫਾਜ਼ਤ ਕਰਨਾ ਕਿ ਮੈਂ ਆਸਾਂ ਦੇ ਦੀਵੇ ਅਜੇ ਵੀ ਜਗਾ ਰਹੀ ਹਾਂ। ਕਿ ਮੈਂ ਆਸਾਂ ਦੇ ਦੀਵੇ ਅਜੇ ਵੀ ਜਗਾ ਰਹੀ ਹਾਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਦੀ, ਬਹੁਤ ਬਹੁਤ ਸ਼ੁਕਰੀਆ। 90 ਤੁਲੇ ਸੰਤੁਲਿਤ ਸ਼ਬਦ ਹੁੰਦੇ ਤੁਹਾਡੇ। ਛੋਟੀਆਂ ਛੋਟੀਆਂ ਕਵਿਤਾਵਾਂ ਹੁੰਦੀਆਂ ਪਰ ਬਹੁਤ ਅਰਥ ਭਰਪੂਰ ਹੁੰਦੀਆਂ। ਬਹੁਤ ਤੇ ਮੈਨੂੰ ਪ੍ਰੀਤ ਬੋਲਣ ਜੀ ਦਾ ਏਦਾਂ ਲੱਗਦਾ ਅੰਦਾਜ਼। ਹੁੰਦਾ ਹੈ ਜਦੋਂ ਤੁਸੀਂ ਤੁਹਾਡੀ ਕਵਿਤਾ ਪੜ੍ਹਦੇ ਆ ਵੀ ਸ਼ਿਵ ਦੀ ਕਵਿਤਾ ਪੜ੍ਹ ਲਈ, ਏਦਾਂ ਲੱਗਦਾ ਹੁੰਦਾ ਹਮੇਸ਼ਾ। ਨਿਰਮਲ ਜੀ ਕਹਿੰਦੇ ਤਾਂ ਹੁੰਦੇ ਆ ਵੀ ਸ਼ਿਵ ਦੀ ਬੇਟੀ ਆ। ਹਾਂਜੀ ਬਿਲਕੁਲ ਏਦਾਂ ਹੀ ਲੱਗਣ ਲੱਗ ਜਾਂਦਾ ਵੀ ਸ਼ਿਵ ਕੁਮਾਰ ਨੂੰ ਪੜ੍ਹੀ ਜਾ ਰਹੇ। ਬਿਲਕੁਲ ਬਹੁਤ ਬਹੁਤ ਖੂਬਸੂਰਤ। ਵਧੀਆ ਪਿਆਰਾ ਅੰਦਾਜ਼ ਕੰਪੇਅਰ ਕਰ ਬੋਲਣ ਦਿੱਤਾ ਦਾ, ਮੈਨੂੰ। ਮਿੱਠੀ ਆਵਾਜ਼ ਦਾ। ਇੱਕ ਤਾਂ ਬਖਸ਼ਿਸ਼ ਹੈ ਸ਼ਬਦ ਇਹਨਾਂ ਨੂੰ। ਬਹੁਤ ਅਰਥ ਭਰਪੂਰ ਹੁੰਦੇ, ਇਹਨਾਂ ਦੀ ਆਵਾਜ਼ ਵੀ ਹਾਂ, ਬਖਸ਼ਿਸ਼ ਹੈ ਜੀ, ਪਰਮਾਤਮਾ ਦੀ ਬਖਸ਼ਿਸ਼ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਥੈਂਕ ਯੂ ਅੰਜਨ ਦੀ। ਹਾਂਜੀ, ਹੁਣ ਅਸੀਂ ਇਸ ਤੋਂ ਅੱਗੇ ਸੱਦਾ ਦੇ ਰਹੇ ਹਾਂ ਜੀ ਸਤਪਾਲ ਕੌਰ ਜੀ ਨੂੰ। ਸਤਪਾਲ ਕੌਰ ਜੀ ਆਓ, ਆਪਣੀ ਰਚਨਾ ਸਾਡੇ ਨਾਲ ਸਾਂਝੀ ਕਰੋ ਜੀ। ਹਾਂਜੀ, ਬੇਟੀ ਤੇ ਹੈ ਜੀ ਕਵਿਤਾ। ਕੁੱਖ ਵਿੱਚ ਨਾ ਮੈਨੂੰ ਮਾਰ ਅਮੜੀਏ, ਕੁੱਖ ਵਿੱਚ ਨਾ ਮੈਨੂੰ ਮਾਰ ਅਮੜੀਏ, ਜਿਉਣਾ ਚਾਹੁੰਦੀ ਜਨਮ ਤੂੰ ਦੇ ਦੇ। ਤੂੰ ਵੀ ਤਾਂ ਬੇਟੀ ਹੁੰਦੀ ਸੀ, ਤੂੰ ਵੀ ਤਾਂ ਬੇਟੀ ਹੁੰਦੀ ਸੀ, ਦੁਨੀਆ ਨੂੰ ਇਹ ਗੱਲ ਸਮਝਾ ਦੇ। ਬੇਟਾ ਹੋਣ ਦੀ ਖੁਸ਼ੀ ਮਨਾਉਂਦੇ, ਬੇਟਾ ਹੋਣ ਦੀ ਖੁਸ਼ੀ ਮਨਾਉਂਦੇ, ਬੇਟੀ ਹੋਣ ਤੇ ਕਿਉਂ ਨੇ ਰੋਂਦੇ। ਇਹ ਵਹਿਮ ਸਾਰੇ ਤੂੰ ਕੱਢ ਦੇ, ਇਹ ਵਹਿਮ ਸਾਰੇ ਤੂੰ ਕੱਢ ਦੇ, ਤੇਰੀ ਵੀ ਹਾਂ ਨਾ ਹੁੰਦੀ ਏ। ਕੁੱਖ ਵਿੱਚ ਨਾ ਮੈਨੂੰ ਮਾਰ ਅਮੜੀਏ, ਜਿਉਣਾ ਚਾਹੁੰਦੀ ਜਨਮ ਤੂੰ ਦੇ ਦੇ। ਅਤਿਆਚਾਰ ਤੇ ਰੇਤੇ ਹੁੰਦੇ, ਬੇਟੀ ਕਹਿ ਰਹੀ ਹੈ ਜੀ, ਅਤਿਆਚਾਰ ਮਾਨੋ ਅਤਿਆਚਾਰ ਰੇਤੇ ਹੁੰਦੇ, ਦੁੱਖ ਸਹਿਣੇ ਤੈਨੂੰ ਨੇ ਪੈਂਦੇ। ਅਤਿਆਚਾਰ ਤੇ ਰੇਤੇ ਹੁੰਦੇ, ਦੁੱਖ ਸਹਿਣੇ ਤੈਨੂੰ ਨੇ ਪੈਂਦੇ। ਹਰ ਖੇਤਰ ਵਿੱਚ ਔਰਤ ਅੱਗੇ, ਹਰ ਖੇਤਰ ਵਿੱਚ ਔਰਤ ਅੱਗੇ, ਲੋਕੀ ਇਹ ਸਭ ਕੁਝ ਜਾਣਦੇ। ਤੈਨੂੰ ਹੀ ਕੁਝ ਕਰਨਾ ਪੈਣਾ, ਤੈਨੂੰ ਹੀ ਕੁਝ ਕਰਨਾ ਪੈਣਾ, ਦੂਰ ਤੂੰ ਕਰਦੇ ਸਭ ਭੁਲੇਖੇ। ਕੁੱਖ ਵਿੱਚ ਨਾ ਮੈਨੂੰ ਮਾਰ ਅਮੜੀਏ, ਜਿਉਣਾ ਚਾਹੁੰਦੀ ਜਨਮ ਤੂੰ ਦੇ ਦੇ। ਕੁੱਖ ਵਿੱਚ ਨਾ ਮੈਨੂੰ ਮਾਰ ਅਮੜੀਏ, ਜਿਉਣਾ ਚਾਹੁੰਦੀ ਜਨਮ ਤੂੰ ਦੇ ਦੇ। ਸ਼ੁਕਰੀਆ। ਬਹੁਤ ਸੋਹਣਾ, ਬਹੁਤ ਸੋਹਣਾ। ਬਹੁਤ ਅੱਛੀ। ਬਹੁਤ ਖੂਬਸੂਰਤ ਰਚਨਾ, ਬਹੁਤ ਦਰਦ ਭਰੀ। ਸ਼ਾਇਦ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਗੁਜ਼ਰੇ ਆ। ਇਸ ਤੇ ਮਤਲਬ ਆਪਾਂ ਕੋਈ ਵਜ਼ਾਹਤ ਨਹੀਂ ਦੇ ਸਕਦੇ ਇਸ ਚੀਜ਼ ਦੀ ਕਿ ਇਹ ਵਰਤਾਰਾ ਕਿਉਂ ਹੁੰਦਾ ਗਾ ਸਮਾਜ ਦੇ। ਇਸ ਕਰਕੇ ਕਿ ਲੋਕ ਬੇਟੀਆਂ ਪੈਦਾ ਨਹੀਂ ਕਰਨਾ ਚਾਹੁੰਦੇ। ਔਰਤ ਦਾ ਜ਼ਿਆਦਾ ਇਹਦੇ ਵਿੱਚ ਰੋਲ ਹੁੰਦਾ।
ਜੇ ਉਹ ਮਜ਼ਬੂਤ ਹੁੰਦੀ ਤਾਂ ਸ਼ਾਇਦ ਇਹ ਨਾ ਆਉਂਦਾ ਪਲ ਜੀ ਸਾਡੇ। ਪਰ ਇਹਦੇ ਚ ਕਿਤੇ ਨਾ ਕਿਤੇ ਵੀ ਹੋ ਜਾਂਦਾ ਨਾ ਜੀ ਕਿ ਔਰਤ ਖੁਦ ਨਾਲ ਹੋਈਆਂ ਚੀਜ਼ਾਂ ਤੋਂ ਇੰਨਾ ਜ਼ਿਆਦਾ ਡਰ ਜਾਂਦੀ ਹੈ ਕਿ ਉਹਨੂੰ ਕਿਤੇ ਨਾ ਕਿਤੇ ਲੱਗਦਾ ਕਿ ਜੋ ਮੈਂ ਝੇਲਿਆ ਉਹ ਮੇਰੀ ਬੇਟੀ ਨੂੰ ਨਾ ਬਰਦਾਸ਼ਤ ਹੋਵੇ। ਬੇਟੀ ਨਾ ਹੋਵੇ। ਇਹਦੇ ਅੰਦਰ ਬਹੁਤ ਸਾਰੀਆਂ ਗੁੰਝਲਾਂ ਨੇ, ਪਰਤਾਂ ਨੇ, ਅਸੁਰੱਖਿਆ ਅਸੁਰੱਖਿਆ ਦੀ ਭਾਵਨਾ ਕਿਤੇ ਨਾ ਕਿਤੇ। ਬਹੁਤ ਹੀ ਸੰਵੇਦਨਸ਼ੀਲ ਤੁਹਾਡੀ ਰਚਨਾ ਸੁਖਪਾਲ ਜੀ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਇਸ ਤੋਂ ਬਾਅਦ ਜੀ ਸਿਮਰਜੀਤ ਕੌਰ, ਸਿਮਰ ਜੀ ਆਓ ਆਪਣੀ ਇੱਕ ਰਚਨਾ ਸਾਂਝੀ ਕਰੋ ਸਾਡੇ ਨਾਲ। ਸ਼ੁਕਰੀਆ ਮੈਡਮ। ਮੇਰੀ ਚੰਦ ਰਚਨਾ, ਚੰਦ ਸਤਰਾਂ ਦੇ ਨਾਲ ਅਗਲੀ ਰਚਨਾ ਸੋ ਪ੍ਰਵਾਨ ਕਰਿਓ। ਸੱਤ ਡਗੋਰੀ ਖਾ ਬੈਠਾ ਸੀ, ਸੱਤ ਡਗੋਰੀ ਖਾ ਬੈਠਾ ਸੀ, ਦਿਲ ਕਿਸੇ ਹੱਥ ਫੜਾ ਬੈਠਾ ਸੀ। ਦੂਜਿਆਂ ਨੂੰ ਉਹ ਆਂਦਾ ਆਂਦਾ, ਦੂਜਿਆਂ ਨੂੰ ਉਹ ਆਂਦਾ ਆਂਦਾ, ਅਕਲ ਤੇ ਪਰਦਾ ਪਾ ਬੈਠਾ ਸੀ। ਥੱਲਿਓਂ ਉੱਠ ਸਿਕੰਦਰ ਬਣਿਆ, ਥੱਲਿਓਂ ਉੱਠ ਸਿਕੰਦਰ ਬਣਿਆ, ਮਸਜਿਦ ਬਣਿਆ, ਮੰਦਰ ਬਣਿਆ, ਪਰ ਰੱਬ ਕਿਤੇ ਬਿਠਾ ਬੈਠਾ ਸੀ, ਅਕਲ ਤੇ ਪਰਦਾ ਪਾ ਬੈਠਾ ਸੀ। ਬਹੁਤ ਖੂਬ, ਬਹੁਤ ਖੂਬ। ਕਿਸੇ ਦੀ ਕਿੱਥੇ ਮਨ ਦਾ ਚੰਦਰਾ, ਕਿਸੇ ਦੀ ਕਿੱਥੇ ਮਨ ਦਾ ਚੰਦਰਾ, ਸੀਤੇ ਬੁੱਲ ਜਲਾ ਲਿਆ ਜੰਦਰਾ, ਅੱਖੀਓਂ ਲਹੂ ਵਹਾ ਬੈਠਾ ਸੀ, ਅਕਲ ਤੇ ਪਰਦਾ ਪਾ ਬੈਠਾ ਸੀ, ਅਕਲ ਤੇ ਪਰਦਾ ਪਾ ਬੈਠਾ ਸੀ। ਸ਼ੁਕਰੀਆ। ਬਰਗਾਹਾਂ ਦੇ ਲਾਲਾ ਗੇੜੇ, ਬਰਗਾਹਾਂ ਦੇ ਲਾਲਾ ਗੇੜੇ, ਧੁਰਨਾ ਅੱਪੜਿਆ ਤੇਰੇ ਵਿਹੜੇ, ਜਿਹੜੇ ਭਾਵੇਂ ਲੁਹਾ ਬੈਠਾ ਸੀ, ਅਕਲ ਤੇ ਪਰਦਾ ਪਾ ਬੈਠਾ ਸੀ। ਆਖਰੀ ਬੰਦ। ਸਿਮਰ ਨੂੰ ਸਿਮਰਨ ਕਹਿੰਦਾ ਰਹਿੰਦਾ, ਸਿਮਰ ਨੂੰ ਸਿਮਰਨ ਕਹਿੰਦਾ ਰਹਿੰਦਾ, ਪਰ ਹੱਥਾਂ ਦੇ ਵਿੱਚ ਨਾਮ ਨਾ ਲੈਂਦਾ। ਪੰਜ ਇਸ਼ਨਾਨਾ ਨਹਾ ਬੈਠਾ ਸੀ, ਅਕਲ ਤੇ ਪਰਦਾ ਪਾ ਬੈਠਾ ਸੀ, ਅਕਲ ਤੇ ਪਰਦਾ ਪਾ ਬੈਠਾ ਸੀ। ਕਿਆ ਬਾਤ। ਬਹੁਤ ਖੂਬ, ਬਹੁਤ ਅੱਛਾ ਸਿਮਰਨ, ਬਹੁਤ ਵਧੀਆ। ਕਵਿਤਾ ਦੀ ਤਰ੍ਹਾਂ ਬਹੁਤ ਖੂਬਸੂਰਤ ਰਚਨਾ ਤੁਹਾਡੀ, ਬਹੁਤ ਪਿਆਰੇ ਸ਼ਬਦ, ਨਫੇ ਤੁਲੇ ਸ਼ਬਦ, ਬਹੁਤ ਸੋਹਣੀ ਰਚਨਾ ਸਾਡੇ ਨਾਲ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਸਿਮਰਨ ਜੀ। ਧੰਨਵਾਦ ਜੀ। ਯਕੀਨ ਨਹੀਂ ਆਉਂਦਾ ਵੀ ਇੰਨੀ ਛੋਟੀ ਉਮਰ ਦੀ ਬੱਚੀ ਇੰਨੀ ਪਿਆਰੇ ਸ਼ਬਦ ਨਫੇ ਤੁਲੇ, ਬਿਲਕੁਲ ਜੀ ਬਿਲਕੁਲ, ਇੰਨੀ ਮਿਹਨਤ ਨਾਲ ਹਨਾ। ਮੈਂ ਦੇਖੀ ਜਾ ਰਹੀ ਹੈ ਇਸ ਵੱਲ। ਮੈਂ ਤਾਂ ਅੱਗੇ ਕਹਿੰਦੀ ਹੁੰਦੀ ਇਸ ਚੀਜ਼ ਨੂੰ ਕਿ ਕਮਾਲ ਆਪਾਂ ਹੈ। ਕਿਸਮਤ ਆ ਜੋ ਇਹਨਾਂ ਬੱਚਿਆਂ ਦੇ ਨਾਲ ਸ਼ਾਇਰੀ ਕਰ ਰਹੇ ਆ, ਜਿਨ੍ਹਾਂ ਨੇ ਅੱਗੇ ਜਾ ਕੇ ਬਹੁਤ ਮੁਕਾਮ ਹਾਸਲ ਕਰਨੇ ਆ ਜੀ। ਇਹ ਆਪਣਾ ਭਾਗਿਆ ਹੈ, ਉਹ ਭਾਗਿਆ ਕਿ ਅਸੀਂ ਇਹਨਾਂ ਦੇ ਨਾਲ ਬੈਠਦੇ ਹਾਂ। ਧੰਨਵਾਦ ਮੈਡਮ, ਧੰਨਵਾਦ। ਹਾਂਜੀ, ਇਸ ਤੋਂ ਬਾਅਦ ਅੰਜਨਾ ਜੀ ਤੁਸੀਂ ਆਪਣੀ ਰਚਨਾ ਸਾਂਝੀ ਕਰੋ ਸਾਡੇ ਨਾਲ। ਹਾਂਜੀ ਹਾਂਜੀ, ਸ਼ੁਕਰੀਆ ਸੰਦੀਪ ਜੀ, ਬੜੇ ਪਿਆਰੇ ਲਫ਼ਜ਼ਾਂ ਦੇ ਨਾਲ ਤੁਸੀਂ ਸੱਦਾ ਦਿੰਦੇ ਹੋ, ਮਜ਼ਾ ਆ ਜਾਂਦਾ। ਧੰਨਵਾਦ। ਇੰਨਾ ਲੱਗਦਾ ਕਿ ਜਿਵੇਂ ਪਿਆਰ ਨਾਲ। ਸ਼ੁਕਰੀਆ ਜੀ, ਸ਼ੁਕਰੀਆ। ਬਿਲਕੁਲ ਜੀ, ਇਹ ਤਾਂ ਜਦੋਂ ਬੁਲਾਉਂਦੇ ਆ ਇਹਨਾਂ ਦਾ ਸਮੂਹ ਭਰਿਆ ਸੱਦਾ ਹੀ ਤੁਹਾਨੂੰ ਕਵਿਤਾ ਬਦੋ ਬਦੀ ਲਿਖਣ ਨੂੰ ਮਜਬੂਰ ਕਰ ਦਿੰਦਾ, ਇੱਕ ਨਵੀਂ ਕਵਿਤਾ ਲਿਖਣ। ਮਨਦੀਪ ਜੀ ਇੰਨੇ ਪਿਆਰ ਨਾਲ ਬੁਲਾਉਂਦੇ। ਬਹੁਤ ਸ਼ੁਕਰੀਆ ਜੀ, ਬਹੁਤ। ਇਹ ਤੁਹਾਡੀ ਸਾਰਿਆਂ ਦੀ ਜ਼ਰਾ ਨਵਾਜ਼ੀ ਹੈ ਜੀ। ਨਿਰਮਲ ਜੀ ਤੁਹਾਨੂੰ ਤਾਂ ਪਤਾ ਹੀ। ਸ਼ੁਕਰੀਆ ਜੀ, ਸ਼ੁਕਰੀਆ। ਹਾਂਜੀ, ਮੇਰੀ ਅਗਲੀ ਰਚਨਾ ਗੀਤ ਹੈ ਇੱਕ। ਆਪਣੇ ਭੈਣ ਜੀ ਨੇ ਬੱਚਿਆਂ ਤੇ ਇੱਕ ਕਵਿਤਾ ਪੜ੍ਹੀ, ਬੜੀ ਵਧੀਆ ਲੱਗੀ, ਤੇ ਮੈਂ ਵੀ ਚੇਂਜ ਕਰਤਾ ਆਪਣਾ ਵਿਸ਼ਾ ਬੱਚਿਆਂ ਨਾਲ। ਬਹੁਤ ਵਧੀਆ ਜੀ, ਬਹੁਤ ਬਹੁਤ ਵਧੀਆ। ਹਾਂ, ਗੀਤ ਮੇਰਾ ਲਿਖਿਆ ਹੋਇਆ। ਹਾਂਜੀ, ਕਰੋਨਾ ਕਾਲ ਦੇ ਵਿੱਚ ਜਿਹੜੇ ਬੱਚੇ ਆ ਸਕੂਲਾਂ ਤੋਂ ਦੂਰ ਨੇ, ਤੇ ਉਸ ਸਕੂਲ ਦੀ ਯਾਦ ਬੱਚਿਆਂ ਨੂੰ ਆ ਰਹੀ ਹੈ, ਉਸ ਵਿਸ਼ੇ ਨੂੰ ਲੈ ਕੇ ਲਿਖੀ ਹੈ ਕਿ ਕਿਸ ਤਰ੍ਹਾਂ ਮਿਸ ਕਰਦੇ ਆ ਉਸ ਸਕੂਲ ਨੂੰ। ਜੀ ਜੀ। ਗੀਤ ਹੈ ਜੀ ਵੈਸੇ, ਪਰ ਮੈਂ ਬੋਲ ਕੇ ਸੁਣਾਉਂ, ਗਾਣਾ ਨਹੀਂ ਆਉਂਦਾ। ਮੇਰੇ ਸਕੂਲ ਮੈਂ ਤੈਨੂੰ ਯਾਦ ਕਰਦਾ, ਗੀਤ ਦਾ ਸਿਰਲੇਖ ਹੈ। ਮੇਰੇ ਸਕੂਲ ਮੈਂ ਤੈਨੂੰ ਯਾਦ ਕਰਦਾ, ਮੇਰੇ ਪਿਆਰੇ ਸਕੂਲ ਮੈਂ ਤੈਨੂੰ ਯਾਦ ਕਰਦਾ ਹਾਂ, ਤੇਰੇ ਲਈ ਮੈਂ ਦਿਲੋਂ ਫਰਿਆਦ ਕਰਦਾ। ਸ਼ਾਨ ਤੇਰਾ ਪੈਰ। ਤੇਰੀ ਖੂਬਸੂਰਤ ਇਮਾਰਤ, ਉਹ ਪੋਸਟਰ, ਉਹ ਮਾਟੋ ਜੋ ਲਿਖੇ ਵੱਖਰੇ ਹੀ ਰੰਗਾਂ, ਉਹ ਮਾਂ ਬੋਲੀ ਦੀਆਂ ਸਿਫਤਾਂ ਦੇ ਬੋਲਾਂ ਦੇ ਨਾਲ ਜਚੀਆਂ ਸਾਰੀਆਂ ਹੀ ਕੰਧਾਂ। ਤੇਰੀ ਖੂਬਸੂਰਤ ਇਮਾਰਤ, ਉਹ ਪੋਸਟਰ,
ਉਹ ਮਾਟੋ ਜੋ ਲਿਖੇ ਵੱਖਰੇ ਹੀ ਰੰਗਾਂ, ਉਹ ਮਾਂ ਬੋਲੀ ਦੀਆਂ ਸਿਫਤਾਂ ਦੇ ਬੋਲਾਂ 'ਚ ਨਾਲ ਜਚੀਆਂ ਸਾਰੀਆਂ ਹੀ ਕੰਧਾਂ। ਹੁਣ ਸੁਪਨੇ 'ਚ ਹੀ ਮੈਂ ਤੇਰੇ ਦੀਦਾਰ ਕਰਦਾ ਹਾਂ, ਹੁਣ ਸੁਪਨੇ 'ਚ ਹੀ ਮੈਂ ਤੇਰੇ ਦੀਦਾਰ ਕਰਦਾ ਹਾਂ, ਮੇਰੇ ਪਿਆਰੇ ਸਕੂਲ ਮੈਂ ਤੈਨੂੰ ਯਾਦ ਕਰਦਾ ਹਾਂ। ਯਾਦ ਕਰਦਾ। ਬਹੁਤ ਖੂਬ, ਤੇਰੇ ਬਹੁਤ ਵਧੀਆ। ਸ਼ੁਕਰੀਆ ਜੀ, ਸ਼ੁਕਰੀਆ। ਤੇਰੇ ਲਈ ਮੈਂ ਦਿਲੋਂ ਫਰਿਆਦ ਕਰਦਾ। ਉਹ ਖੁੱਲਾ ਮੈਦਾਨ, ਉਹ ਖੋ ਖੋ ਕਬੱਡੀ, ਉਹ ਖੁੱਲਾ ਮੈਦਾਨ, ਉਹ ਖੋ ਖੋ ਕਬੱਡੀ, ਉਹ ਫੁੱਟਬਾਲ ਦੀਆਂ ਕਿੱਕਾਂ ਉੱਚੀਆਂ। ਉਹ ਖੁੱਲਾ ਮੈਦਾਨ, ਉਹ ਖੋ ਖੋ ਕਬੱਡੀ, ਉਹ ਫੁੱਟਬਾਲ ਦੀਆਂ ਉੱਚੀਆਂ ਕਿੱਕਾਂ ਉੱਚੀਆਂ, ਉਹ ਘਾਹ ਦਾ ਪਾਰਕ, ਉਹ ਗੁਲਾਬ ਗੇਂਦਾਂ, ਉਹ ਰੰਗ ਬਰੰਗੀਆਂ ਬਰਫਾਂ ਸੁੱਚੀਆਂ। क्या वर्णन करे। ਬਿਲਕੁਲ। ਉਹ ਘਾਹ ਦਾ ਪਾਰਕ, ਉਹ ਗੁਲਾਬ ਗੇਂਦਾ, ਉਹ ਰੰਗ ਬਰੰਗੀਆਂ ਬਰਫਾਂ ਸੁੱਚੀਆਂ। ਪਾਪੂਲਰ ਲੰਮਿਆਂ ਦਾ ਮਹਿਸੂਸ ਮੈਂ ਝੁਲਾਰ ਕਰਦਾ ਹਾਂ, ਮੇਰੇ ਪਿਆਰੇ ਸਕੂਲ ਮੈਂ ਤੈਨੂੰ ਯਾਦ ਕਰਦਾ ਹਾਂ, ਤੇਰੇ ਲਈ ਮੈਂ ਦਿਲੋਂ ਫਰਿਆਦ ਕਰਦਾ। ਫਰਿਆਦ ਕਰਦਾ ਹਾਂ। ਸ਼ੁਕਰੀਆ ਜੀ। ਉਹ ਕਲਾਸ ਦਾ ਕਮਰਾ, ਉਹ ਕਲਾਸ ਦਾ ਕਮਰਾ, ਉਹ ਸਾਰੇ ਯਾਰ, ਉਹ ਅੱਧੀ ਛੁੱਟੀ ਵੇਲੇ ਪੈਂਦਾ ਘਮਸਾਨ, ਉਹ ਰਲ ਮਿਲ ਖਾਣਾ, ਉਹ ਹੱਸਣਾ, ਉਹ ਰੋਜ਼ ਦੀ ਮਸਤੀ ਦਾ ਵੱਖਰਾ ਜਹਾਨ। ਉਹ ਕਲਾਸ ਦਾ ਕਮਰਾ, ਉਹ ਸਾਰੇ ਯਾਰ, ਉਹ ਅੱਧੀ ਛੁੱਟੀ ਪੈਂਦਾ ਘਮਸਾਨ, ਉਹ ਮਿਲ ਖਾਣਾ, ਹੱਸਣਾ, ਉਹ ਰੋਜ਼ ਦੀ ਮਸਤੀ ਦਾ ਵੱਖਰਾ ਜਹਾਨ। ਸਭ ਬੀਤੀਆਂ ਸ਼ਰਾਰਤਾਂ, ਸਭ ਕੀਤੀਆਂ ਸ਼ਰਾਰਤਾਂ, ਸੋਚ ਕੇ ਮੈਂ ਅੱਖਾਂ ਭਰਦਾ ਹਾਂ, ਮੇਰੇ ਪਿਆਰੇ ਸਕੂਲ ਮੈਂ ਤੈਨੂੰ ਯਾਦ ਕਰਦਾ ਹਾਂ, ਤੇਰੇ ਲਈ ਮੈਂ ਦਿਲੋਂ ਫਰਿਆਦ ਕਰਦਾ। ਬਹੁਤ ਖੂਬ, ਬਹੁਤ ਖੂਬ ਸ਼ੁਕਰੀਆ। ਅੰਜਨਾ ਮੈਮ, ਬਹੁਤ ਖੂਬ। ਬਹੁਤ ਅੱਛਾ ਮੈਮ, ਬਹੁਤ ਹੀ ਉਹ ਮੈਥ ਸਾਇੰਸ, ਬਹੁਤ ਖੂਬ ਅੰਜਨਾ ਜੀ। ਹਾਂਜੀ ਸ਼ੁਕਰੀਆ। ਉਹ ਮੈਥ ਸਾਇੰਸ, ਉਹ ਅੰਗਰੇਜ਼ੀ ਪੰਜਾਬੀ, ਉਹ ਮੈਥ ਸਾਇੰਸ, ਉਹ ਅੰਗਰੇਜ਼ੀ ਪੰਜਾਬੀ, ਉਹ ਖੇਡਾਂ ਦੇ ਲੱਗਦੇ ਪੀਰੀਅਡ ਸਾਰੇ, ਉਹ ਸਵੇਰ ਸਭਾ, ਉਹ ਸਮਾਜਿਕ ਹਿੰਦੀ, ਉਹ ਕੰਪਿਊਟਰ ਦੇ ਟੀਚਰ ਪਿਆਰੇ। ਉਹ ਮੈਥ ਸਾਇੰਸ, ਉਹ ਅੰਗਰੇਜ਼ੀ ਪੰਜਾਬੀ, ਉਹ ਖੇਡਾਂ ਦੇ ਲੱਗਦੇ ਪੀਰੀਅਡ ਸਾਰੇ, ਉਹ ਸਵੇਰ ਸਭਾ, ਉਹ ਸਮਾਜਿਕ ਹਿੰਦੀ, ਉਹ ਕੰਪਿਊਟਰ ਦੇ ਟੀਚਰ ਪਿਆਰੇ। ਸਭ ਦੇ ਸਤਿਕਾਰ ਦਾ ਅੱਜ ਮੈਂ ਇਜ਼ਹਾਰ ਕਰਦਾ ਹਾਂ, ਮੇਰੇ ਪਿਆਰੇ ਸਕੂਲ ਮੈਂ ਤੈਨੂੰ ਯਾਦ ਕਰਦਾ ਹਾਂ, ਤੇਰੇ ਲਈ ਦਿਲੋਂ ਫਰਿਆਦ ਕਰਦਾ। ਫਰਿਆਦ ਕਰਦਾ ਹਾਂ। ਬਹੁਤ ਖੂਬ, ਬਹੁਤ ਵਧੀਆ। ਇਹ ਕਰੋਨਾ, ਇਹ ਤਾਲਾਬੰਦੀ, ਇਹ ਕਰੋਨਾ, ਇਹ ਤਾਲਾਬੰਦੀ, ਇਹ ਦੁਨੀਆ ਦਾ ਸਾਰਾ ਝਮੇਲਾ, ਇਹ ਪੁਲਿਸ, ਇਹ ਡਾਕਟਰਾਂ ਦਾ, ਇਹ ਇਕਾਂਤਵਾਸ ਦਾ ਚੱਲਦਾ ਮੇਲਾ। ਇਹ ਕਰੋਨਾ, ਇਹ ਤਾਲਾਬੰਦੀ, ਇਹ ਦੁਨੀਆ ਦਾ ਸਾਰਾ ਝਮੇਲਾ, ਇਹ ਪੁਲਿਸ, ਇਹ ਡਾਕਟਰ, ਇਹ ਇਕਾਂਤਵਾਸ ਦਾ ਚੱਲਦਾ ਹੈ ਮੇਲਾ। ਕਦੋਂ ਸਕੂਲ ਦੀ ਘੰਟੀ ਵੱਜੇ, ਕਦੋਂ ਸਕੂਲ ਦੀ ਘੰਟੀ ਵੱਜੇ, ਮੈਂ ਇਹੀ ਇੰਤਜ਼ਾਰ ਕਰਦਾ ਹਾਂ, ਮੇਰੇ ਪਿਆਰੇ ਸਕੂਲ ਮੈਂ ਤੈਨੂੰ ਯਾਦ ਕਰਦਾ ਹਾਂ, ਤੇਰੇ ਲਈ ਦਿਲੋਂ ਫਰਿਆਦ ਕਰਦਾ ਹਾਂ, ਫਰਿਆਦ ਕਰਦਾ। ਬਹੁਤ ਖੂਬ, ਬਹੁਤ ਖੂਬ, ਬਹੁਤ ਅੱਛਾ ਮੈਮ, ਬਹੁਤ ਅੱਛਾ। ਮਜ਼ਾ ਆਇਆ, बहुत ज्यादा मजा आया। ਬਹੁਤ ਸੋਹਣੀ ਕਵਿਤਾ, ਬਹੁਤ ਸੋਹਣੀ ਖੂਬਸੂਰਤ ਕਵਿਤਾ। ਔਰ ਤੁਸੀਂ ਇੱਕ ਬੱਚੇ ਦੀ ਦ੍ਰਿਸ਼ਟੀ ਨਾਲ ਜੋ ਕਰੋਨਾ ਕਾਲ ਦਾ ਵਰਣਨ ਕਰਿਆ ਹੈ, ਲਾਜਵਾਬ ਅੰਜਨਾ ਜੀ। मतलब कि दिलों मैं कह रही ਹਾਂ ਕਿ ਇੱਕ ਬਹੁਤ ਖੂਬਸੂਰਤ ਰਚਨਾ, ਕਿ ਹੁਣ ਬੱਚੇ ਤਾਂ ਬੱਚਿਆਂ ਦੇ ਮਾਂ-ਬਾਪ ਵੀ ਯਾਦ ਕਰਦੇ ਆ ਸਕੂਲ ਦੇ ਗੋਲਿਆਂ ਨਿਰਿਆਂ ਨੂੰ, ਬੱਚੇ ਉਹਨਾਂ ਕੋਲ ਜ਼ਰੂਰ। ਤੁਹਾਡੀ ਕਵਿਤਾ ਤੋਂ ਮੈਨੂੰ ਇੱਕ ਛੋਟਾ, ਹਾਂਜੀ, ਸੋਸ਼ਲ ਮੀਡੀਆ ਤੇ ਚੱਲ ਰਿਹਾ ਚੁਟਕਲਾ ਯਾਦ ਆ ਗਿਆ ਕਿ ਇੱਕ ਫਾਦਰ ਔਰ ਬੇਟਾ ਮਾਰਕੀਟ ਜਾ ਰਹੇ ਆ ਤਾਂ ਬੱਚਾ ਇੱਕ ਬਿਲਡਿੰਗ ਨੂੰ ਦੇਖ ਕੇ ਕਹਿੰਦਾ ਪਾਪਾ ਮੈਨੂੰ ਪਿਛਲਾ ਜਨਮ ਯਾਦ ਆ ਗਿਆ, ਮੈਨੂੰ ਲੱਗਦਾ ਕਿ ਮੇਰਾ ਇਸ ਬਿਲਡਿੰਗ ਨਾਲ ਕੋਈ ਰਿਸ਼ਤਾ। ਫਾਦਰ ਉਹਦੇ ਇੱਕ ਚੰਡ ਮਾਰਦੇ ਆ ਰੱਖ ਕੇ, ਕਹਿੰਦੇ ਕੰਜਰਾ ਤੇਰਾ ਸਕੂਲ ਆ ਜਿੱਥੇ ਤੂੰ ਪਿਛਲੇ
ਸਹੀ ਗੱਲ ਹੈ ਜੀ। ਬੱਚੇ ਤਾਂ ਖੁਸ਼ ਹੁੰਦੇ ਆ ਜੀ, ਕਈ ਵਾਰ ਕਹਿ ਦਿੰਦੇ ਆ ਵੀ ਕਰੋਨਾ ਬਾਬਾ ਸਾਡੇ ਪੱਕੇ ਪੇਪਰਾਂ ਚ ਆਂਦਾ, ਬੋਰਡ ਦੇ ਤੇ ਸਾਨੂੰ ਪਾਸ ਕਰਾ ਜਾਂਦਾ, ਤੇ ਵੀ ਅਸੀਂ ਤਾਂ ਵੱਡੇ ਹੋ ਕੇ ਇਹਦਾ ਹੀ ਮੰਦਿਰ ਬਣਵਾਵਾਂਗੇ, ਇਹਦੀ ਪੂਜਾ ਕਰਿਆ ਕਰਾਂਗੇ, ਇਹਦੀ ਮਿੱਟੀ ਕੱਢਿਆ ਕਰਾਂਗੇ ਜੀ। ਪਰ ਮਤਲਬ ਕਿ ਬੱਚੇ ਜਦੋਂ ਕਿਤੇ ਵੱਡੇ ਹੋਣਗੇ ਉਦੋਂ ਉਹਨਾਂ ਨੂੰ ਅਹਿਸਾਸ ਹੋਊ ਕਿ ਇਹ ਸਮੇਂ ਨੇ ਉਹਨਾਂ ਦਾ ਕਿੰਨਾ ਨੁਕਸਾਨ ਕਰਿਆ। ਨੁਕਸਾਨ। ਬਿਲਕੁਲ ਜੀ, ਹਾਂਜੀ, ਬਿਲਕੁਲ। ਹਾਂਜੀ, ਜੋ ਸਕੂਲ 'ਚ ਰੈਗੂਲਰ ਸਿੱਖਿਆ ਲੈਣੀ ਬੱਚੇ ਨੇ, ਚਾਹੇ ਆਪਾਂ ਆਨਲਾਈਨ ਜਾਂ ਕੁਝ ਵੀ ਕਹਿ ਦਈਏ, ਨਹੀਂ ਉਹ ਚੀਜ਼ ਬਣਦੀ। ਕਿੱਥੇ ਬੱਚਾ ਅਨੁਸ਼ਾਸਨ ਸਿੱਖਦਾ, ਟੀਚਰਾਂ ਦੀ ਗੱਲ ਸੁਣਨਾ ਸਿੱਖਦਾ ਗਾ, ਬਹੁਤ ਸਾਰੀਆਂ ਚੀਜ਼ਾਂ ਸਿੱਖਦਾ ਸਕੂਲ ਦੇ ਅੰਦਰ, ਰਲ ਕੇ ਖੇਡਣਾ, ਰਲ ਕੇ ਪੜ੍ਹਨਾ ਸਿੱਖਦਾ ਗਾ। ਵੈਸੇ ਮੇਰੇ ਖਿਆਲ ਨਾਲ ਟੀਚਰ ਵੀ ਆਪਣੇ 'ਚ ਕਾਫੀ ਬੈਠੇ ਨੇ, ਔਰ ਉਹ ਵੀ ਉਦਾਸ ਨੇ ਕਿ ਸਕੂਲ ਰੈਗੂਲਰ ਕਦ ਲੱਗਣ ਔਰ ਉਹ ਆਪਣੇ ਪਿਆਰੇ ਬੱਚਿਆਂ ਨੂੰ ਮਿਲ ਸਕਣ। ਬਿਲਕੁਲ। ਹਾਂਜੀ ਹਾਂ, ਉਹ ਪੇਰੈਂਟਸ ਜਿਹੜੇ ਪਹਿਲਾਂ ਇੰਨੇ ਸਕੂਲਾਂ ਦੀ ਕਦਰ ਨਹੀਂ ਕਰਦੇ ਸੀ, ਹੁਣ ਖੁੱਲਣ ਤੇ ਜ਼ਰੂਰ ਕਰਨਗੇ। ਜੀ ਜੀ ਜੀ, ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੰਜਨਾ ਜੀ। ਸੋ ਹੁਣ ਆਪਾਂ ਪਹੁੰਚਦੇ ਹਾਂ ਜੀ ਕੁਲਵਿੰਦਰ ਨੰਗਲ ਭੈਣ ਜੀ ਕੋਲ, ਕਾਟੋ ਦਾ ਪੇਟੀਐਮ ਦੇਖਣ ਲਈ, ਸੁਣਨ ਲਈ। ਕਾਟੋ ਦਾ ਪੇਟੀਐਮ ਜ਼ਰੂਰ ਸੁਣਾਉਂਗੀ। ਜੀ, ਉਹਦੇ ਨਾਲ ਇੱਕ ਛੋਟੀ ਜਿਹੀ ਹੋਰ ਕਵਿਤਾ ਸੁਣਾ ਦੇਵਾਂ, ਜੇ ਬੱਚੇ ਬਣੇ ਆ ਤਾਂ ਬੱਚੇ ਹੀ ਦੇਣਗੇ। ਮੇਰੀ ਕਲਾਸ ਦਾ ਸੱਤੀ ਹੈ ਜਿਹੜਾ ਦਿਨ ਦਿਹਾੜੇ ਸੁਪਨੇ 'ਚ ਵੜ ਜਾਂਦਾ। ਉਹਨੂੰ ਜੋ ਮਰਜ਼ੀ ਤੁਸੀਂ ਬੁਲਾਈ ਜਾਓ, ਉਹਨੇ ਨਹੀਂ ਬੋਲਣਾ ਜੇ ਉਹ ਕੁਝ ਸੋਚ ਰਿਹਾ ਹੈ, ਤੇ ਸ਼ਰਾਰਤੀ ਆਤਦਾ ਹੈ। ਤਾਂ ਇੱਕ ਦਿਨ ਉਹ ਸੁਪਨੇ 'ਚ ਵੜਿਆ ਸੀ, ਉਹਦਾ ਵਰਣਨ ਮੈਂ ਕੀਤਾ ਹੈ, ਸੱਤੀ ਦਾ ਸੁਪਨਾ। ਅੱਛਾ, ਵਾਹ ਜੀ ਵਾਹ। ਸੱਤੀ ਸੁਪਨੇ ਦੇ ਵਿੱਚ ਵੜਿਆ, ਸ਼ੇਰ ਨੂੰ ਉਸਨੇ ਪੂੰਛੋਂ ਫੜਿਆ। ਉਹ ਤਕਰੀਬਨ ਇਹੀ ਕਹਿੰਦਾ ਹੁੰਦਾ ਸੀ, ਮੈਂ ਸ਼ੇਰ ਨੂੰ ਫੜ ਲੈਣਾ ਹੁੰਦਾ ਤੇ ਜੰਗਲ 'ਚ ਘੁਮਾ ਦੇਣਾ ਹੈ। ਸੱਤੀ ਸੁਪਨੇ ਦੇ ਵਿੱਚ ਵੜਿਆ, ਸ਼ੇਰ ਨੂੰ ਉਸਨੇ ਪੂੰਛੋਂ ਫੜਿਆ, ਮੁੱਛ ਮਰੋੜ ਕੇ ਸੱਤੀ ਕਹਿੰਦਾ, ਹੁਣ ਨਾ ਤੈਥੋਂ ਡਰ ਕੇ ਰਹਿੰਦਾ। ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ। ਹੁਣ ਵੋਟਾਂ ਆ ਰਹੀਆਂ, ਸੋ ਵੋਟਾਂ ਦੇ ਸੰਦਰਭ ਤੇ ਲਿਖੀ ਸੀਗੀ ਕਿ ਰਾਜ ਤੇਰਾ ਹੁਣ ਖਤਮ ਹੋ ਗਿਆ, ਰਾਜ ਤੇਰਾ ਹੁਣ ਖਤਮ ਹੋ ਗਿਆ, ਵਿਅਰਥ ਤੇਰਾ ਹਰ ਯਤਨ ਹੋ ਗਿਆ, ਸਾਰੇ ਜਾਨਵਰ ਮੇਰੇ ਵੱਲ, ਤੇਰੀ ਹੁਣ ਕੋਈ ਜਰੇ ਨਾ ਗੱਲ। ਸਾਰੇ ਜਾਨਵਰ ਮੇਰੇ ਵੱਲ, ਹੁਣ ਕੋਈ ਜਰੇ ਨਾ ਗੱਲ। ਬਣਦੀ ਹੈ ਕਵਿਤਾ। ਵਾਹ ਵਾਹ ਵਾਹ। ਨਿੰਮੋ ਝੂਣਾ ਖੜ ਗਿਆ ਸ਼ੇਰ, ਨਿੰਮੋ ਝੂਣਾ ਖੜ ਗਿਆ ਸ਼ੇਰ, ਦੇਖਣ ਲੱਗਾ ਚਾਰ ਚੁਫੇਰ, ਉਸਨੂੰ ਹਲ ਕੁਝ ਨਜ਼ਰ ਨਾ ਆਵੇ, ਉਸਨੂੰ ਹਲ ਕੁਝ ਨਜ਼ਰ ਨਾ ਆਵੇ, ਕੋਈ ਰਸਤਾ ਨਾ ਥਿਆਵੇ, ਕਹਿੰਦਾ ਸੱਤੀ ਜੀ ਤੁਸੀਂ ਜਿੱਤੇ, ਕਹਿੰਦਾ ਸੱਤੀ ਜੀ ਤੁਸੀਂ ਜਿੱਤੇ, ਰਾਜ ਕਰੋ ਤੇ ਲਾਵੋ ਟਿੱਕੇ। ਪੌੜੀ ਮਹਿਲ ਦੀ ਸੱਤੀ ਚੜਿਆ, ਇਹ ਸੁਪਨੇ 'ਚ ਹੀ ਹੈ, ਪੌੜੀ ਮਹਿਲ ਦੀ ਸੱਤੀ ਚੜਿਆ, ਚੜ੍ਹਦੇ ਪੈਰ ਗਲੀਚੇ ਅੜਿਆ। ਪੌੜੀ ਮਹਿਲ ਦੀ ਸੱਤੀ ਚੜਿਆ, ਚੜ੍ਹਦੇ ਪੈਰ ਗਲੀਚੇ ਅੜਿਆ, ਡਿੱਗਿਆ ਸੱਤੀ ਫੇਰ ਧੜਾਮ, ਮੂੰਹ ਚੋਂ ਨਿਕਲਿਆ ਡਿੱਗਿਆ ਸੱਤੀ ਫੇਰ ਧੜਾਮ, ਮੂੰਹ ਚੋਂ ਨਿਕਲਿਆ ਹਾਏ ਰਾਮ। ਡਿੱਗਦੇ ਸਾਰ ਹੀ ਸੁਪਨਾ ਟੁੱਟਾ, ਮੰਜੇ ਉੱਤੋਂ ਸੱਤੀ ਡਿੱਗਾ। ਡਿੱਗਦੇ ਸਾਰ ਹੀ ਸੁਪਨਾ ਟੁੱਟਾ, ਮੰਜੇ ਉੱਤੋਂ ਸੱਤੀ ਡਿੱਗਾ, ਮੰਮੀ ਪਾਪਾ ਨੂੰ ਗੱਲ ਸੁਣਾਵੇ, ਦੱਸੀ ਜਾਵੇ ਤੇ ਹੱਸੀ ਜਾਵੇ, ਦੱਸੀ ਜਾਵੇ ਤੇ ਹੱਸੀ ਜਾਵੇ। ਸ਼ੁਕਰੀਆ ਸ਼ੁਕਰੀਆ ਅੰਜਨਾ ਮੈਮ, ਸ਼ੁਕਰੀਆ ਬਹੁਤ ਬਹੁਤ ਸਾਰੀਆਂ ਭੈਣਾਂ। ਤੇ ਹੁਣ ਇੱਕ ਫਰਮਾਇਸ਼ ਭੈਣ ਦੀ ਛੋਟੀ ਜੀ ਕਵਿਤਾ, ਕਿਉਂਕਿ ਕਵਿਤਾਵਾਂ ਛੋਟੀਆਂ ਲਿਖਦੀਆਂ ਤਾਂ ਕਿ ਬੱਚੇ ਯਾਦ ਕਰ ਲੈਣ, ਯਾਦ ਆਸਾਨੀ ਨਾਲ ਕਰ ਸਕਣ। ਕਾਟੋ ਦਾ ਪੇਟੀਐਮ, ਇਹ ਉਦੋਂ ਲਿਖੀ ਸੀ ਜਦੋਂ ਮੈਨੂੰ ਪੇਟੀਐਮ ਦਾ ਪਤਾ ਨਹੀਂ ਸੀ ਤੇ ਮੈਨੂੰ ਚਲਾਣਾ ਨਹੀਂ ਸੀ ਆਂਦਾ। ਸੋ ਕਾਟੋ ਮੈਂ ਆਪਣੇ ਆਪ ਨੂੰ ਕਹਿ ਰਹੀ ਹੁਣ ਤਾਂ ਕੁਝ ਕਹੋ ਜੀ, ਅਸੀਂ ਪੀਟੀਐਮ ਸੁਣ ਲੈ। ਹੁਣ ਮੈਂ ਕਰ ਲੈਣੀ ਆ। ਸ਼ੁਕਰੀਆ। ਕਾਟੋ ਨੇ ਸੀ ਸਾੜੀ ਪਾਈ, ਕਾਟੋ ਨੇ ਸੀ ਸਾੜੀ ਪਾਈ, ਸੋਹਣੀ ਸੁਰਖੀ ਬਿੰਦੀ ਲਾਈ, ਸਾੜੀ ਪਾਈ ਸੋਹਣੀ ਸੁਰਖੀ ਬਿੰਦੀ ਲਾਈ, ਗਲ 'ਚ ਉਸਨੇ ਮਫਲਰ ਪਾਇਆ, ਗਲ ਵਿੱਚ ਉਸਨੇ ਮਫਲਰ ਪਾਇਆ, ਲੰਮੀ ਪੁੱਛ ਤੇ ਰਿਬਨ ਸੀ ਲਾਇਆ, ਗਲ ਵਿੱਚ ਉਸਨੇ ਮਫਲਰ ਪਾਇਆ, ਲੰਬੀ ਪੂੰਛ ਤੇ ਰਿਬਨ ਸੀ ਲਾਇਆ, ਉੱਚੀ ਹੀਲ ਦੀ ਸੈਂਡਲ ਪਾਈ, ਸੱਜ ਫੱਬ ਕੇ ਬਾਜ਼ਾਰ 'ਚ ਆਈ। ਉੱਚੀ ਹੀਲ ਦੀ ਸੈਂਡਲ ਪਾਈ, ਸੱਜ ਫੱਬ ਕੇ ਬਾਜ਼ਾਰ 'ਚ ਆਈ, ਮਟਕ ਮਟਕ ਕੇ ਪੈਰ ਉਹ ਧਰਦੀ, ਮਟਕ ਮਟਕ ਕੇ ਪੈਰ ਉਹ ਧਰਦੀ, ਹਰ ਇੱਕ ਸੇਲ ਤੇ ਨਜ਼ਰ ਰੱਖਦੀ,
खूब खरीदियां उसने चीजां, खूब खरीदियां उसने चीजां, सूट फराकां पैंट कमीजां, क्या बात ਹਾਏ ਹਾਏ पर जब पैसे देण दी वाह। वारी आई उसने साड़ियां। पाई हाल दुहाई। जब पैसे देण दी वारी आई उसने पाई हाल दुहाई। घरे ही सारे पैसे भुल्ली सेल दे उत्ते काट डुल्ली। क्या घरे बात ही सारे पैसे भुल्ली सेल दे उत्ते काट डुल्ली। अचानक उसनू याद सी आया, अचानक उसनू आया याद फोन ते विच है पेटीएम कार्ड। अचानक उसनू आया याद फोन दे विच है पेटीएम कार्ड। बस फटाफट फेर दिता बिल, शॉपिंग करके जितले दिल। काला चश्मा फेर चढ़ा के काटो बैगी कार च आके। काला चश्मा फेर चढ़ा के काटो बैगी कार च आके। थैंक यू, शुक्रिया। बहुत 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 मजा आया। बहुत 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 खुश ਕੀਤਾ ਮੈਂ ਬਹੁਤ ਜ਼ਿਆਦਾ शुक्रिया शुक्रिया जी, शुक्रिया ਕਮਾਲ भैन ਸੀ जी, ਕਮਾਲ शुक्रिया। कमाल। कमाल धन्यवाद। करती याद आऊंगे जदों भी जावांगे पे करांगे बिल। धन्यवाद धन्यवाद कदे ना भैन जी। भुल्लण वाली चीज। बिल्कुल बच्चे बच्चे ਤਾਂ ਸ਼ਾਇਦ ਨਾ ਯੂਜ਼ ਕਰਨ ਇਹਨੂੰ ਹਾਂਜੀ, ਤੇ ਹਾਂਜੀ। ਅਸੀਂ ਸਾਨੂੰ ਆਏ ਉਹ ਜ਼ਰੂਰ ਯਾਦ ਰੱਖਾਂਗੇ। जी बिल्कुल शुक्रिया। बहुत खूबसूरत रचना जी। बहुत शुक्रिया ਤੁਹਾਡਾ ਕਿ ਤੁਸੀਂ ਇਹ ਫਰਮਾਇਸ਼ ਪੂਰੀ ਕੀਤੀ। ਹੁਣ ਆਪਣੇ ਕੋਲ ਸਮਾਂ ਥੋੜਾ ਰਹਿ ਗਿਆ ਔਰ ਆਪਾਂ ਅੰਤ ਵੱਲ ਵੱਧ ਰਹੇ ਹਾਂ। ਮੈਨੂੰ ਲੱਗਦਾ ਕਿ ਅਸੀਂ ਆਪਣੇ ਬਚਪਨ ਦੇ ਵਿੱਚ ਮਨਦੀਪ ਜੀ ਲੱਗਦਾ ਕਿ ਅਸੀਂ ਆਪਣੇ ਬਚਪਨ 'ਚ ਹੀ ਪਹੁੰਚ ਗਏ ਜਿਵੇਂ ਨਾ ਕੁਲਵਿੰਦਰ ਜੀ ਦੀਆਂ ਰਚਨਾਵਾਂ ਸੁਣ ਕੇ ਨਾ ਲੱਗਦਾ ਕਿ ਅਸੀਂ ਥੋੜੀ ਦੇਰ ਲਈ ਤਾਂ ਮਤਲਬ ਭੁੱਲ ਗਏ ਕਿ ਅਸੀਂ ਕਵੀ ਦਰਬਾਰ ਕਰ ਰਹੇ ਹਾਂ। कवि दरबार कर रहे हैं। हाँ जी, कवित्रियां ਦਾ ਕਵੀ ਦਰਬਾਰ ਕਰ ਰਹੇ ਹਾਂ। ਬਿਲਕੁਲ ਭੁੱਲ ਗਏ ਕਿਉਂਕਿ ਅੰਜਨਾ ਜੀ ਨੇ ਔਰ ਕੁਲਵਿੰਦਰ ਜੀ ਨੇ ਬਹੁਤ ਰੰਗ ਬੰਨਿਆ ਹੈਗਾ ਬਚਪਨੇ ਵਾਲਾ। ਜੀ ਹੁਣ ਮੈਂ ਸੱਦਾ ਦਊਂਗੀ ਜੀ ਅਮਨਦੀਪ ਕੌਰ ਜੋਗਾ ਜੀ ਨੂੰ। ਆਪਣੇ ਖੂਬਸੂਰਤ ਲਫ਼ਜ਼ਾਂ ਨੂੰ ਸਾਡੇ ਨਾਲ ਸਾਂਝਾ ਕਰੋ ਔਰ ਆਪਣੀ ਕੋਈ ਖੂਬਸੂਰਤ ਜੀ ਰਚਨਾ ਸਾਨੂੰ ਸੁਣਾਓ। ਹਾਂਜੀ ਮੈਮ, ਤੁਸੀਂ ਵੀ ਪਹਿਲਾਂ ਸੁਣਾਉਂਦੇ ਕੋਈ ਆਪਣੀ ਬਹੁਤ ਖੂਬਸੂਰਤ ਰਚਨਾ। ਕੋਈ ਗੱਲ ਨਹੀਂ ਜੀ, ਸੁਣਾਓ ਫਿਰ। ਆਪਾਂ ਤਾਂ ਬਾਕੀ ਟਾਈਮ ਆਪਣਾ ਹੀ ਆ ਜਿਹੜਾ ਬਚ ਗਿਆ। ਹਾਂਜੀ ਮੈਂ ਸੁਣਾ ਰਹੀ ਹਾਂ ਛੋਟੀ ਜੀ ਰਚਨਾ ਜੀ ਚੱਲ ਖੁਸ਼ਬੂਏ। ਕੀ ਬਾਤ। ਖੁਸ਼ਬੂ ਮੈਂ ਇੱਥੇ ਸਾਰੀਆਂ ਲੜਕੀਆਂ ਲਈ, ਔਰਤਾਂ ਲਈ ਵਰਤਿਆ। ਚੱਲ ਖੁਸ਼ਬੂਏ ਪੌਣਾ ਦੇ ਸੰਗ, ਚੱਲ ਖੁਸ਼ਬੂਏ ਪੌਣਾ ਦੇ ਸੰਗ, ਕਣ ਕਣ ਦੇ ਵਿੱਚ ਰਲੀਏ। ਆਪਣੀ ਚਾਲ ਨਿਰਾਲੀ ਅੜਿਓ, ਕਿਉਂ ਮੋਰਾਂ ਦੇ ਤੁਲ ਕਰੀਏ। ਆਪਣੀ ਚਾਲ ਨਿਰਾਲੀ ਅੜੀਏ, ਕਿਉਂ ਮੋਰਾਂ ਦੇ ਤੁਲ ਕਰੀਏ। ਲੱਖਾਂ ਤੂਫਾਨ ਰੂਹ 'ਚ ਸਮਾਏ, ਲੱਖਾਂ ਤੂਫਾਨ ਰੂਹ 'ਚ ਸਮਾਏ, ਕਿਉਂ ਬਾਬਰੋਲਿਆਂ ਤੋਂ ਡਰੀਏ। ਚੱਲ ਖੁਸ਼ਬੂਏ ਪੌਣਾ ਦੇ ਸੰਗ, ਕਣ ਕਣ ਦੇ ਵਿੱਚ ਰਲੀਏ। ਹਿਜਰਾਂ ਦੀ ਜੰਜ ਚੜ ਚੜ ਵੇਖੀ, ਹਿਜਰਾਂ ਦੀ ਜੰਜ ਚੜ ਚੜ ਵੇਖੀ, ਆ ਪੀੜਾਂ ਨੂੰ ਵੀ ਹਰੀਏ। ਚੱਲ ਖੁਸ਼ਬੂਏ ਪੌਣਾ ਦੇ ਸੰਗ, ਕਣ ਕਣ ਦੇ ਵਿੱਚ ਰਲੀਏ। ਚੱਲ ਚੱਲੀਏ ਤੋਰ ਮੜਕਾਂ ਵਾਲੀ, ਚੱਲ ਚੱਲੀਏ ਤੋਰ ਮੜਕਾਂ ਵਾਲੀ, ਭਾਵੇਂ ਦੋ ਪੈਰ ਘੱਟ ਚੱਲੀਏ। ਖੁਸ਼ਬੂ ਪੌਣਾ ਦੇ ਸੰਗ, ਕਣ ਕਣ ਦੇ ਵਿੱਚ ਰਲੀਏ। ਬਸ ਇੱਕ ਲਾਸਟ ਪੈਰਾ ਜੀ। ਹੋ ਜਾਏ ਉਹ ਭੋਏ ਭਾਗਾਂ ਵਾਲੀ, ਹੋ ਜਾਏ ਉਹ ਭੋਏ ਭਾਗਾਂ ਵਾਲੀ, ਅਸੀਂ ਜਿੱਥੇ ਜਿੱਥੇ ਪੱਬ ਧਰੀਏ। ਚੱਲ ਖੁਸ਼ਬੂਏ ਪੌਣਾ ਦੇ ਸੰਗ, ਕਣ ਕਣ ਦੇ ਵਿੱਚ ਰਲੀਏ। ਆ ਤੇਰੇ ਕਾਲਾਂ ਦੀ ਪੀੜ ਮੁਕਾਈਏ, ਆ ਤੇਰੇ ਕਾਲਾਂ ਦੀ ਪੀੜ ਮੁਕਾਈਏ। ਚਾਨਣਾ ਨੂੰ ਬੁੱਕ ਬੁੱਕ ਭਰੀਏ, ਚਾਨਣਾ ਨੂੰ ਬੁੱਕ ਬੁੱਕ ਭਰੀਏ। ਚੱਲ ਖੁਸ਼ਬੂਏ ਪੌਣਾ ਦੇ ਸੰਗ, ਕਣ ਕਣ ਦੇ ਵਿੱਚ ਰਲੀਏ, ਕਣ ਕਣ ਦੇ ਵਿੱਚ ਰਲੀਏ। ਧੰਨਵਾਦ ਜੀ। बहुत खूब। ਥੈਂਕ ਯੂ ਜੀ, ਸ਼ੁਕਰੀਆ ਜੀ। ਬਹੁਤ ਹੀ ਸੋਹਣੀਆਂ ਤੁਹਾਡੀਆਂ ਲਾਈਨਾਂ ਔਰ ਇੱਕ ਖੁਸ਼ਬੂ ਦੀ ਤਰ੍ਹਾਂ ਵਿਖਰ ਗਈਆਂ ਔਰ ਕਣ ਕਣ ਦੇ ਵਿੱਚ ਰਲ ਗਈਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਇਹਦੇ ਨਾਲ ਹੀ ਜਰਾ ਕੁ ਮਿਲਦੀਆਂ ਜੁਲਦੀਆਂ ਮੈਂ ਆਪਦੀਆਂ ਦੋ ਲਾਈਨਾਂ ਸੁਣਾਉਣੀਆਂ ਚਾਹੁੰਦੀ। ਤੁਹਾਡੀ ਕਵਿਤਾ ਤੋਂ ਮੈਨੂੰ ਯਾਦ ਆਇਆ ਕਿ ਜਦੋਂ ਤੇਰਾ ਜ਼ਿਕਰ ਹੋ ਜਾਵੇ, ਇਤਰ ਹੋ ਜਾਵੇ, ਮਹਿਕ ਉੱਠਣ ਹਵਾਵਾਂ ਵੀ, ਮੈਂ ਪਲਕਾਂ ਨੂੰ ਝੁਕਾ
ਤੇ ਲੁੱਕ ਕੇ ਮੁਸਕਰਾ ਦਿੰਦੀ, ਝਾੜਨ ਜੋ ਪੱਤ ਡਿੱਕਾਂ ਦੇ ਉਹ ਫੁੱਲਾਂ ਵਰਗੇ ਲੱਗਦੇ ਨੇ। ਤੇਰੀ ਆਪ ਤੇ ਵਿਛਦੇ ਨੇ, ਕਿਹਾ ਮੈਨੂੰ ਉਹ ਕਰਦੇ ਨੇ, ਜਦੋਂ ਤੇਰਾ ਜ਼ਿਕਰ ਹੋ ਜਾਵੇ ਪਸੀਨਾ ਇਤਰ ਹੋ ਜਾਵੇ। ਵਾਹ ਵਾਹ ਵਾਹ, ਵਾਹ ਜੀ ਵਾਹ, ਬਹੁਤ ਖੂਬ, ਬਹੁਤ ਵਧੀਆ, ਬਹੁਤ ਅੱਛਾ। ਬਹੁਤ ਖੂਬ, ਕਮਾਲ। ਜੀ ਹੁਣ ਮੈਂ ਆਪਣੀ ਇੱਕ ਕਵਿਤਾ ਸੁਣਾਉਣਾ ਚਾਹੂੰਗੀ, ਉਸ ਤੋਂ ਬਾਅਦ ਫਿਰ ਮੈਂ ਭੈਣ ਨਿਰਮਲ ਕੋਟਲਾ ਜੀ ਨੂੰ ਸੱਦਾ ਦਊਂਗੀ ਕਿ ਉਹ ਆਪਣੇ ਇਸ ਸਾਰੇ ਹੀ ਪ੍ਰੋਗਰਾਮ ਨੂੰ ਲੈ ਕੇ ਕੁਝ ਸ਼ਬਦ ਕਹਿਣ, ਤਾਂ ਕਿ ਆਪਾਂ ਅੱਜ ਦਾ ਕਵੀ ਦਰਬਾਰ ਆ ਜੋ ਸਮਾਪਤ ਕਰ ਸਕੀਏ, ਤਾਂ ਕਿ ਆਪਾਂ ਜਲਦ ਹੀ ਫਿਰ ਤੋਂ ਬਹੁਤ ਜਲਦੀ ਬਹੁਤ ਸਾਰੀਆਂ ਅੱਛੀਆਂ ਰਚਨਾਵਾਂ ਨਾਲ ਮਿਲੀਏ। ਔਰ ਅੱਜ ਦਾ ਪ੍ਰੋਗਰਾਮ ਆਪਣਾ ਬਹੁਤ ਖੂਬਸੂਰਤ ਸੀ, ਬਿਲਕੁਲ ਇੱਕ ਗੁਲਦਸਤੇ ਦੀ ਤਰ੍ਹਾਂ, ਜਿਸ ਦੇ ਅੰਦਰ ਹਰ ਤਰ੍ਹਾਂ ਦਾ ਰੰਗ ਸੀ, ਹਰ ਤਰ੍ਹਾਂ ਦੀ ਖੁਸ਼ਬੂ ਸੀ, ਹਰ ਇੱਕ ਨੇ ਆਪਣੇ ਆਪਣੇ ਮਨ ਦੇ ਭਾਵਾਂ ਨੂੰ ਸਾਂਝਾ ਕਰਿਆ ਔਰ ਬਹੁਤ ਮਜ਼ਾ ਆਇਆ, ਬਹੁਤ ਅੱਛਾ ਲੱਗਿਆ, ਮੈਨੂੰ ਤਾਂ ਖੈਰ ਬਹੁਤ ਮਜ਼ਾ ਆਇਆ। ਸੋ ਮੈਂ ਆਪਣੀ ਇੱਕ ਛੋਟੀ ਜਿਹੀ ਰਚਨਾ ਸਾਂਝੀ ਕਰਨਾ ਚਾਹੂੰਗੀ ਤੁਹਾਡੇ ਨਾਲ। ਜੀ ਜੀ, ਅੱਛਾ, ਸ਼ੁਕਰੀਆ ਜੀ। ਕੁਝ ਲਫ਼ਜ਼ਾਂ ਦੀ ਕਰਜ਼ਦਾਰ ਹਾਂ, ਕੁਝ ਲਫ਼ਜ਼ਾਂ ਦੀ ਕਰਜ਼ਦਾਰ ਹਾਂ ਮੈਂ, ਕੁਝ ਲਫ਼ਜ਼ ਬਕਾਇਆ ਬਾਕੀ ਏ, ਕੁਝ ਲਫ਼ਜ਼ਾਂ ਦਾ ਕਾਰੋਬਾਰ ਹੋਇਆ, ਕੁਝ ਲਫ਼ਜ਼ਾਂ ਦਾ ਕਾਰੋਬਾਰ ਹੋਇਆ। ਠੀਕ ਹੈ ਜੀ, ਇੱਕ ਮਿੰਟ ਬਸ, ਨਹੀਂ ਮੈਂ ਭੁੱਲ, ਬਸ ਰਾਸ਼ਨ ਦੀ ਲਿਸਟ ਤਾਂ ਨਹੀਂ ਨਿਕਲ ਆਈ ਕਿਤੇ? ਬਸ ਇੱਕ ਮਿੰਟ ਬਸ, ਅੱਗੇ ਰਾਸ਼ਨ ਦੀ ਲਿਸਟ ਤਾਂ ਨਹੀਂ ਨਿਕਲ ਆਈ ਕਿਤੇ? ਹਾਂਜੀ ਰਾਸ਼ਨ ਦੀ ਲਿਸਟ ਨਿਕਲ, ਉਹ ਹੁਣ ਪੇਟੀਐਮ ਨਹੀਂ ਨਾ ਕਰਨਾ ਹੁੰਦਾ, ਬਿੱਲ ਹੋਊਗਾ। ਬਿੱਲ ਹੋਊਗਾ ਜੀ। ਪਤਾ ਕੀ, ਮੈਂ ਇੱਕ ਵਾਰ ਆਪਣੀ ਕਿਤਾਬ ਦੇ ਅੰਦਰ ਲਿਖਿਆ ਵੀ ਸੀ ਕਿ ਮਤਲਬ ਕਿ ਮੇਰੇ ਭਾਵ ਔਰ ਮਤਲਬ ਮੇਰੀ ਰਾਸ਼ਨ ਦੀ ਪਰਚੀ ਇੱਕੋ ਹੀ ਕਾਪੀ ਦੇ 2 ਪੰਨੇ ਆ। ਹਾਂਜੀ 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 ਹਾਂਜੀ। ਕੁਝ ਲਫ਼ਜ਼ਾਂ ਦਾ ਕਾਰੋਬਾਰ ਹੋਇਆ, ਕੁਝ ਲਫ਼ਜ਼ ਉਧਾਰੇ ਲੈ, ਲਿਖਿਆ ਇੱਕ ਗੀਤ ਮੁਹੱਬਤ ਵਾਲਾ ਸੀ, ਜਦੋਂ ਕਰਮ ਤਕਾਜ਼ਾ ਆਏਗਾ ਤੈਨੂੰ ਗੀਤ ਸੁਣਾਉਣਾ ਬਾਕੀ ਹੈ। ਜੀ ਸ਼ੁਕਰੀਆ। ਕੁਝ ਲਫ਼ਜ਼ਾਂ ਦੀ ਕਰਜ਼ਦਾਰ ਹੈ, ਐਵੇਂ ਖੁਦ ਨੂੰ ਦਾਅ ਤੇ ਲਾ ਬੈਠੀ, ਲੇਖੇ ਪੱਤੇ ਦੇ ਕਾਗਜ਼ ਤੇ, ਗੌਰ ਫਰਮਾਣਾ ਇੱਥੇ ਲੇਖੇ ਪੱਤੇ ਦਾ ਕਾਗਜ਼ ਵਿਚਾਲੀ ਹੈ। ਹਾਂਜੀ ਹਾਂਜੀ, ਕੁਝ ਲਫ਼ਜ਼ਾਂ ਦੀ ਕਰਜ਼ਦਾਰ ਹਾਂ ਮੈਂ, ਐਵੇਂ ਖੁਦ ਨੂੰ ਦਾਅ ਤੇ ਲਾ ਬੈਠੀ, ਲੇਖੇ ਪੱਤੇ ਦੇ ਕਾਗਜ਼ ਤੇ, ਹਾਲੇ ਹਿਜ਼ਰ ਬਕਾਇਆ ਬਾਕੀ ਹੈ। क्या बात है, क्या बात है। ਸ਼ੁਕਰੀਆ ਜੀ। ਲਫ਼ਜ਼ਾਂ ਦਾ ਕਾਰੋਬਾਰ ਹੋਇਆ, ਸਭ ਵਾਧੇ ਘਾਟੇ ਕਰਮਾਂ ਦੇ, ਸਦਰਾਂ ਦੇ ਸੱਥਰ ਤੇ ਬਹਿ ਕੇ ਦਿਲ ਦਾ ਸਮਝਾਉਣਾ ਬਾਕੀ ਹੈ। ਕੁਝ ਲਫ਼ਜ਼ ਹਵਾ ਵਿੱਚ ਉੱਡ ਜਾਂਦੇ, ਕੁਝ ਪੈਰਾਂ ਦੇ ਵਿੱਚ ਵਿਛਦੇ ਨੇ, ਇਹਨਾਂ ਉੱਡਦੇ ਵਿਛਦੇ ਲਫ਼ਜ਼ਾਂ ਦਾ ਇੱਕ ਹਾਰ ਪਰੋਣਾ ਬਾਕੀ ਹੈ। ਕਮਾਲ ਕਮਾਲ, बहुत ਸ਼ੁਕਰੀਆ ਜੀ। ਕੁਝ ਲਫ਼ਜ਼ ਉਧਾਰੇ ਲੈ, ਲਿਖਿਆ ਇੱਕ ਗੀਤ ਮੁਹੱਬਤ ਵਾਲਾ ਸੀ, ਜਦੋਂ ਕਰਮ ਤਕਾਜ਼ਾ ਆਏਗਾ ਤੈਨੂੰ ਗੀਤ ਸੁਣਾਉਣਾ। बहुत बहुत ਬਹੁਤ ਵਧੀਆ, बहुत खूब, बहुत ਧੰਨਵਾਦ। ਮੈਂ ਭੈਣ ਨਿਰਮਲ ਮਨਦੀਪ ਕੋਟਲਾ ਜੀ ਜੀ, ਇਜਾਜ਼ਤ ਦਿਓ, ਦੋ ਸ਼ਬਦ ਜਿਹੜੇ ਡਾਕਟਰ ਕੁਲਬੀਰ ਕੌਰ ਦੇ ਮੈਨੂੰ ਬੜੇ ਵਧੀਆ ਲੱਗਦੇ ਨੇ, ਜੀ ਜੀ ਤੁਹਾਡੇ ਜੀ ਨਾਲ ਸਾਂਝੇ ਕਰਾਂ ਕਿ ਫੁੱਲਾਂ ਦੇ ਰੰਗ ਸ਼ੌਕ ਨੇ, ਕਲੀਆਂ ਨੇ ਖੋਏ ਹੋਸ਼ ਨੇ। ਜਦੋਂ ਤੁਹਾਡੀ ਇਹ ਕਵਿਤਾ ਸੁਣੀ ਹੈ ਬੜਾ ਵਧੀਆ ਲੱਗਿਆ। ਸ਼ੁਕਰੀਆ ਜੀ। ਫੁੱਲਾਂ ਦੇ ਰੰਗ ਸ਼ੌਕ ਨੇ, ਕਲੀਆਂ ਨੇ ਖੋਏ ਹੋਸ਼ ਨੇ, ਕਿਣਮਿਣ ਸੰਗੀਤ ਛਾਰਿਆ, ਲਗਰਾਂ ਨੂੰ ਝੂਟਾ ਆ ਰਿਹਾ। ਕਿਆ वाह ਬਾਤ, जी, ਕਿਆ क्या ਬਾਤ। बात। ਪਾਣੀ ਛਲੰਗਾ ਮਾਰਦੇ, ਪੱਥਰ ਵੀ ਉੱਤੇ ਤਾਰਦੇ, ਮਛਲੀ ਤਰੇ ਮਦਹੋਸ਼ ਹੈ, ਉਸਨੂੰ ਨਾ ਕੋਈ ਹੋਸ਼ ਹੈ। ਕਿਆ ਬਾਤ। ਮਸਤੀ ਜਹੀ ਆਬਾਦ ਹੈ, ਕੁਦਰਤ ਵੀ ਨਾਦ ਨਾਦ ਹੈ, ਧੁਨ ਆਦ ਮਾਦ 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 ਹੈ। ਬਹੁਤ बहुत बहुत ਬਹੁਤ ਸ਼ੁਕਰੀਆ ਜੀ, ਇਹ ਲਫ਼ਜ਼ਾਂ ਨੂੰ ਸਾਡੇ ਨਾਲ ਸਾਂਝਾ ਕਰਨ ਲਈ ਬਹੁਤ ਧੰਨਵਾਦ, ਬਹੁਤ ਧੰਨਵਾਦ। ਹਾਂਜੀ ਭੈਣ ਜੀ ਨਿਰਮਲ ਕੌਰ ਕੋਟਲਾ ਜੀ, ਤੁਸੀਂ ਆਓ ਅੱਜ ਦੇ ਕਵੀ ਦਰਬਾਰ ਬਾਰੇ ਕੁਝ ਸ਼ਬਦ ਕਹਿੰਦੇ ਹੋਏ ਔਰ ਆਪਣੇ ਕੁਝ ਸ਼ਬਦਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। बिल्कुल शुक्रिया। बिल्कुल पहुंचे और जाते जाते कि ਅਸੀਂ ਸਾਰੀ ਕੋਰੋਨਾ ਕਾਲ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ, ਉਹਦੇ ਲਈ ਮੈਂ ਕੁਝ ਸ਼ਬਦ ਲਿਖੇ ਸੀ ਤੇ ਉਹਦੇ ਨਾਲ ਹੀ ਅਸੀਂ ਸਮਾਪਤ ਕਰਦੇ ਹਾਂ ਇਸ ਪ੍ਰੋਗਰਾਮ ਦੀ। ਜੇ ਰਹਿ ਨਹੀਂ ਉਹ ਦਿਨ, ਫਿਰ ਆ ਰਹਿਣੀਆਂ ਨਹੀਂ ਰਾਤਾਂ, ਜੇ ਉਹ ਰਹਿ ਨਹੀਂ ਦਿਨ, ਫਿਰ
ਵੀਰੇ ਰਹਿਣੀਆਂ ਨੀ ਰਾਤਾਂ, ਮੁੜ ਆਉਣਗੀਆਂ ਓਏ ਬੱਲਿਆ ਉਹ ਸੋਹਣੀਆਂ ਪ੍ਰਭਾਤਾਂ। ਥੋੜਾ ਸਬਰ ਜਿਹਾ ਰੱਖੀ, ਥੋੜਾ ਸਬਰ ਜਿਹਾ ਰੱਖੀ, ਥੋੜੀਆਂ ਬਣਾ ਲਈ ਵੇ ਦੂਰੀਆਂ। ਥੋੜਾ ਸਬਰ ਜਿਹਾ ਤੂੰ ਰੱਖੀ, ਥੋੜੀਆਂ ਬਣਾ ਲਈ ਦੂਰੀਆਂ ਵੇ, ਫਿਰ ਰਹਿਣੀਆਂ ਨੀ ਸਦਾ ਬੀਬਾ ਆ ਮਜਬੂਰੀਆਂ। ਬਸ ਥੋੜਾ ਜਿਹਾ ਸੰਭਲ ਕੇ, ਬਸ ਥੋੜਾ ਜਿਹਾ ਸੰਭਲ ਕੇ, ਕੁਦਰਤ ਨਾਲ ਨਾ ਛੇੜਛਾੜ ਕਰ। ਬਸ ਥੋੜਾ ਜਿਹਾ ਸੰਭਲ ਕੇ, ਕੁਦਰਤ ਨਾਲ ਨਾ ਛੇੜਛਾੜ ਕਰ। ਬੜੀ ਬੇਅੰਤ ਹੈ ਕੁਦਰਤ, ਨਾ ਉਹਦੀ ਸ੍ਰਿਸ਼ਟੀ ਨੂੰ ਬਰਬਾਦ ਕਰ। ਬਹੁਤ ਠਹਿਰ ਗਈ ਹੈ ਜ਼ਿੰਦਗੀ, ਸ਼ੁਕਰੀਆ ਸ਼ੁਕਰੀਆ ਕੁਲਵਿੰਦਰ ਜੀ। ਠਹਿਰ ਗਈ ਹੈ ਜ਼ਿੰਦਗੀ ਚ ਰਵਾਨਗੀ ਛੁੱਟੀ, ਗਲੇ ਲੱਗ ਮਿਲਣ ਦੀ ਜੇ ਚਾਹਤ ਰੱਖਣਾ ਤਾਂ 2 ਕਦਮ ਦੀ ਰੱਖ ਦੂਰੀ। ਗਲੇ ਲੱਗ ਮਿਲਣੇ ਦੀ ਜੇ ਚਾਹਤ ਰੱਖਣੇ ਤਾਂ 2 ਕਦਮ ਦੀ ਰੱਖ ਦੂਰੀ। ਉਮੀਦ ਦੀਆਂ ਤੰਦਾਂ ਰੱਖੀ ਨਾ ਟੁੱਟਣ ਦੇ ਭਰੋਸਿਆਂ ਨੂੰ, ਉਮੀਦ ਦੀਆਂ ਤੰਦਾਂ ਰੱਖੀ ਨਾ ਟੁੱਟਣ ਦੇਈ ਭਰੋਸਿਆਂ ਨੂੰ। ਬੁਰੇ ਵਕਤ ਨੇ ਸਦਾ ਨਹੀਂ ਟਿਕੇ ਰਹਿਣਾ, ਭੁਲਾ ਦੇਈ ਰੋਸਿਆਂ ਨੂੰ। ਹਵਾ ਪਾਣੀ ਸਦਾ ਰੱਖੀ ਨਿਰਮਲ, ਹਵਾ ਪਾਣੀ ਸਦਾ ਰੱਖੀ ਨਿਰਮਲ। ਮਾਰੀ ਨਾ ਪੰਛੀ ਬਦੋਸੀਆਂ ਨੂੰ, ਕਰੋਨਾ ਨਾ ਤੇਰਾ ਕੁਝ ਵਿਗਾੜ ਸਕਦਾ, ਕਰੋਨਾ ਨਾ ਤੇਰਾ ਕੁਝ ਵਿਗਾੜ ਸਕਦਾ। ਬਸ ਦੂਰ ਰਹੀ ਕਰਮਾਂ ਹੋਸ਼ਿਆਂ ਤੋਂ, ਬਸ ਦੂਰ ਰਹੀ ਕਰਮਾਂ ਹੋਸ਼ਿਆਂ ਤੋਂ। ਸੋ ਸ਼ੁਕਰੀਆ ਸਾਰੀ ਕਲਮਾਂ ਦਾ। ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਡਾਕਟਰ ਬਹੁਤ ਵਧੀਆ ਨਿਰਮਲ ਮੈਮ। ਕੁਲਦੀਪ ਜੀ ਦਾ, ਡਾਕਟਰ ਕੁਲਦੀਪ ਜੀ ਨੂੰ ਅਸੀਂ ਜਾਂਦੇ ਜਾਂਦੇ ਗੁਜ਼ਾਰਿਸ਼ ਕਰਾਂਗੇ ਕਿ ਉਹ ਸ਼ੁਕਰੀਆ ਜੀ ਸ਼ੁਕਰੀਆ। ਅਸੀਂ ਡਾਕਟਰ ਕੁਲਦੀਪ ਜੀ ਨੂੰ ਗੁਜ਼ਾਰਿਸ਼ ਕਰਦੇ ਹਾਂ ਕੋਈ ਪ੍ਰੋਗਰਾਮ ਸੰਬੰਧੀ ਆਪਣੇ 2 ਸ਼ਬਦ ਜ਼ਰੂਰ ਕਹਿਣ, ਔਰ ਸਾਨੂੰ ਜੇ ਸਾਡੀਆਂ ਕੁਝ ਕਮੀਆਂ ਪੇਸ਼ੀਆਂ ਨੇ ਉਹਦੇ ਲਈ ਸਾਨੂੰ ਅਗਾਹ ਕਰਨ। ਔਰ ਜੇ ਉਹਨਾਂ ਨੂੰ ਕੁਝ ਚੰਗਾ ਲੱਗਿਆ ਪ੍ਰੋਗਰਾਮ ਤੇ ਸ਼ਾਹਿਦ ਦੇ 2 ਸ਼ਬਦ ਸਾਡੇ ਨਾਲ ਜ਼ਰੂਰ ਸਾਂਝੇ ਕਰਨ। ਡਾਕਟਰ ਕੁਲਦੀਪ ਜੀ ਜੀ ਬਹੁਤ ਧੰਨਵਾਦ ਨਿਰਮਲ ਮੈਮ। ਸ਼ੁਕਰੀਆ ਸਰ, ਤੁਹਾਡੀ ਮਿਹਨਤ ਔਰ ਤੁਹਾਡੇ ਉਦਮ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਆ ਸਰ। ਸਲੂਟ ਹੈ ਸਰ ਤੁਹਾਡੇ ਜਜ਼ਬੇ ਨੂੰ। ਔਰ ਬਹੁਤ ਵੱਡਾ ਯੋਗਦਾਨ ਤੁਹਾਡਾ ਇਸ ਨਾ ਕਵੀ ਦਰਬਾਰਾਂ ਦੀ ਸਫਲਤਾ ਦੇ ਵਿੱਚ। ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਲਗਭਗ ਸਾਰੀਆਂ ਕਵਿਤਾਵਾਂ ਨੂੰ ਸੁਣਿਆ ਤੇ ਮਾਣਿਆ। ਸੱਚਮੁੱਚ ਬਹੁਤ ਖੂਬਸੂਰਤ ਕਵਿਤਾਵਾਂ ਅੱਜ ਸਾਰੇ ਸ਼ਾਇਰਾਂ ਨੇ ਬੋਲੀਆਂ ਨੇ। ਬਹੁਤ ਕਮਾਲ ਦੇ ਅਹਿਸਾਸ ਸੀ ਤੇ ਅਹਿਸਾਸਾਂ ਨੂੰ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਪਰੋ ਕੇ ਸਾਰਿਆਂ ਨੇ ਪੇਸ਼ ਕੀਤਾ ਹੈ। ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੀਆਂ ਕਵਿਤਾਵਾਂ ਦੇ ਵਿੱਚ, ਸਾਡੀ ਸ਼ਾਇਰੀ ਦੇ ਵਿੱਚ ਲਗਾਤਾਰ ਨਿਖਾਰ ਆ ਰਿਹਾ ਹੈ। ਇਹੀ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ। ਜਦੋਂ ਅਸੀਂ ਲਗਾਤਾਰ ਲਿਖਦੇ ਹਾਂ, ਜਦੋਂ ਅਸੀਂ ਲਗਾਤਾਰ ਮਹਿਫਲਾਂ ਦੇ ਵਿੱਚ ਸ਼ਾਮਲ ਹੁੰਦੇ ਹਾਂ, ਇੱਕ ਦੂਜੇ ਨੂੰ ਸੁਣਦੇ ਹਾਂ, ਮਾਣਦੇ ਹਾਂ, ਉਦੋਂ ਅਸੀਂ ਦਿਨੋਂ ਦਿਨ ਆਪ ਅਮੀਰ ਹੁੰਦੇ ਹਾਂ, ਆਪ ਰਿਚ ਹੁੰਦੇ ਹਾਂ। ਸਾਡੇ ਕੋਲੇ ਭੰਡਾਰ ਹੁੰਦਾ, ਸਾਡੇ ਕੋਲੇ ਅੰਦਾਜ਼ ਆਉਂਦਾ, ਸਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ, ਸਾਡੇ ਕੋਲੇ ਦੀ ਅਮੀਰੀ ਪੈਦਾ ਹੁੰਦੀ ਹੈ, ਸਾਡੇ ਕੋਲੇ ਮੈਟਾਫਰ ਆਉਂਦੇ ਨੇ, ਸਿਮਲੀਸ ਆਉਂਦੀਆਂ ਨੇ। ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਰਚਨਾਵਾਂ ਦੇ ਵਿੱਚ, ਤੁਹਾਡੀ ਦੇ ਵਿੱਚ ਅੱਜ ਦੇਖ ਕੇ ਮਾਣ ਕੇ ਬਹੁਤ ਚੰਗਾ ਲੱਗਿਆ। ਇਸ ਸੰਸਥਾ ਵੱਲੋਂ ਜੋ ਇਹ ਉਦਮ ਕੀਤਾ ਜਾ ਰਿਹਾ ਲਗਾਤਾਰ 16ਵਾਂ ਕਵੀ ਦਰਬਾਰ ਹੈ ਮੇਰੇ ਖਿਆਲ ਦੇ ਵਿੱਚ। 16 ਕਵੀ ਦਰਬਾਰਾਂ ਦਾ ਜਿਹੜਾ ਸਫ਼ਰ ਹੈ ਇਹ ਬਹੁਤ ਖੂਬਸੂਰਤ ਹੈ ਤੇ ਅਸੀਂ ਲਗਾਤਾਰ ਅੱਗੇ ਵੱਲ ਵਧ ਰਹੇ ਹਾਂ। ਇਹੀ ਇੱਕ ਮਤਲਬ ਸੰਤੁਸ਼ਟੀ ਵਾਲੀ ਗੱਲ ਹੈ ਤੇ ਵਾਲੀ ਗੱਲ ਹੈ। ਮੈਡਮ ਮਨਦੀਪ ਨੇ ਬਹੁਤ ਸੋਹਣਾ ਸੰਚਾਲਨ ਕੀਤਾ ਹੈ, ਬਹੁਤ ਖੂਬਸੂਰਤੀ ਨਾਲ ਤੇ ਬਹੁਤ ਸਹਿਜ ਨਾਲ ਸਾਰੇ ਕਵੀਆਂ ਨੂੰ ਕਾਵਕ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਹੈ। ਮੈਂ ਅਖੀਰ ਤੇ ਇੱਕ ਕਵਿਤਾ ਤੁਹਾਨੂੰ ਸੁਣਾਉਣੀ ਚਾਹੂੰਗਾ ਆਪਣੀ। ਉਸ ਕਵਿਤਾ ਦਾ ਨਾਂ ਹੈ ਕਿਤਾਬ। ਕਿਤਾਬਾਂ ਬਾਰੇ ਕਵਿਤਾ ਹੈ ਜੀ। ਜੀ ਇਰਸ਼ਾਦ। ਕਿਤਾਬ ਤੁਹਾਡੇ ਲਈ ਬਹੁਤ ਕੁਝ ਹੁੰਦੀ ਹੈ। ਕਿਤਾਬ ਤੁਹਾਡੇ ਲਈ ਬਹੁਤ ਕੁਝ ਹੁੰਦੀ ਹੈ। ਬੂਹੇ ਤੇ ਖੜੋ ਕੇ ਉਡੀਕਦੀ ਮਾਂ ਵਰਗੀ, ਤਿੱਖੜ ਦੁਪਹਿਰ ਸੰਘਣੀ ਛਾਂ ਵਰਗੀ, ਜ਼ਿੰਦਗੀ ਦੇ ਪੰਧ ਤੇ ਬਾਂਹ 'ਚ ਬਾਂਹ ਪਾ ਤੁਰੇ ਹਮਸਫ਼ਰ ਵਰਗੀ, ਕਿਸੇ ਆਪਣੇ ਦੁਆਰਾ ਪੋਲੇ ਪੋਲੇ ਹੱਥਾਂ ਨਾਲ ਪਲੋਸ ਕੇ ਹੁੰਦੇ ਅਸਰ ਵਰਗੀ। ਕਿਆ ਬਾਤ ਹੈ। ਅੰਦਰੋਂ ਹੀ ਉੱਠੀ ਤੇ ਅੰਦਰ ਹੀ ਮੁੱਕੀ, ਅੰਦਰੋਂ ਹੀ ਉੱਠੀ ਤੇ ਅੰਦਰ ਹੀ ਮੁੱਕੀ ਚੀਖ ਵਰਗੀ, ਆਪਣੇ ਗਮ ਦਾ ਆਪ ਹੀ ਮਰਸੀਆ ਪੜਨ ਦੀ। ਪੈਰ ਪੈਰ ਤੇ ਮਿਲਦੇ, ਮਿਲ ਕੇ ਵਿਛੜਦੇ ਤੇ ਮੁੜ ਵਿਛੜ ਕੇ ਮਿਲਦੇ ਕਿਰਦਾਰਾਂ ਵਰਗੀ, ਦੂਰ ਦਰੇਡੋਂ ਆਉਂਦੀਆਂ
ਵਿਚਾਰਾਂ ਬਹੁਤ ਬਾਰੇ। ਵਧੀਆ ਜੀ। ਬਹੁਤ ਖੂਬ ਸਰ, ਵਾਹ। ਬਹੁਤ 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 ਵਧੀਆ। ਖੰਗੂਰਾ ਮਾਰ ਕੇ ਲੰਘਦੇ ਬਗਾਨੀ ਖੰਘਦੇ ਰਕੀਬਾਂ ਵਰਗੀ, ਹਾਂ ਚ ਹਾਂ ਕਹਿਣ ਵਾਲੇ, ਸਾਹ ਚ ਸਾਹ ਲੈਣ ਵਾਲੇ, ਜਿਗਰੀ ਯਾਰ ਹਬੀਬਾਂ ਵਰਗੀ। ਕਿਤਾਬ ਵਾਹ। ਜੀ, ਵਾਓ। ਕਿਤਾਬ ਸਾਨੂੰ ਵੱਲ ਸਿਖਾਉਂਦੀ ਹੈ ਜਸ਼ਨਾਂ ਵਿੱਚ ਸੰਜਮ ਦਾ ਤੇ ਮਾਤਮਾ ਵਿੱਚ ਸਹਿਜ ਦਾ। ਆਹਾ। ਵਾਹ ਵਾਹ ਵਾਹ। ਸਾਨੂੰ ਵੱਲ ਸਿਖਾਉਂਦੀ ਹੈ ਵਾਹ। ਜਸ਼ਨਾਂ ਵਿੱਚ ਸੰਜਮ ਦਾ ਤੇ ਮਾਤਮਾ ਵਿੱਚ ਸਹਿਜ ਦਾ। ਇਹ ਕਦੇ ਤੁਹਾਡੇ ਕੁਇਆਂ ਵਿੱਚ ਹੰਝੂ ਬਣ ਸਿਮਦੀ ਹੈ ਤੇ ਕਦੇ ਤੁਹਾਡੇ ਬੁੱਲਾਂ ਤੇ ਮੁਸਕਾਨ ਬਣ ਤਿਲਕਦੀ ਹੈ। ਕਦੇ ਤੁਹਾਡੀਆਂ ਅੱਖਾਂ 'ਚ ਸੁਰਖ ਰੰਗ ਭਰਦੀ ਹੈ, ਕਦੇ ਤੁਹਾਡੇ ਮੱਥੇ 'ਚ ਦੀਵਾ ਵਾਲ ਧਰਦੀ ਹੈ, ਕਦੇ ਤੁਹਾਡੇ ਅੰਦਰ ਲੋਹਾ ਬਣਨ ਦਾ ਅਹਿਸਾਸ ਪੈਦਾ ਕਰਦੀ ਹੈ ਤੇ ਕਦੇ ਬਗਾਵਤ ਦਾ ਬਰੂਦ ਭਰਦੀ ਹੈ। ਬਿਲਕੁਲ ਜੀ ਬਹੁਤ ਖੂਬ। ਕਦੇ ਤੁਹਾਡੇ ਅੰਦਰੋਂ ਸ਼ੋਕ ਫੁੱਲਾਂ ਦੇ ਰੰਗ ਵਾਂਗ ਤੇ ਮਹਿਬੂਬਾ ਦੀ ਪਹਿਲੀ ਸੰਗ ਵਾਂਗ ਸੁਬਕ ਤੇ ਸ਼ਰਮਾਕਲ ਦੇ ਅੰਦਾਜ਼ ਵਿੱਚ ਬਾਹਰ ਆਉਣ ਲਈ ਔਲਦੀ ਹੈ, ਪਰ ਕਦੇ ਮੂੰਹ ਜ਼ੋਰ ਹਵਾਵਾਂ ਵਾਂਗ ਪਾਟਣ ਨੂੰ ਆਏ ਦਰਿਆਵਾਂ ਵਾਂਗ ਉਛਲਦੀ ਅਤੇ ਖੌਲਦੀ ਹੈ। ਕਿਤਾਬ ਤੁਹਾਨੂੰ ਅਰਥ ਸਿਖਾਉਂਦੀ ਹੈ ਪਿਆਰ ਕਰਨ ਦੇ, ਝਨਾਵਾਂ ਤਰਨ ਦੇ, ਆਪਣੀ ਹੀ ਰਾਖ ਵਿੱਚੋਂ ਜਿਉਣ ਦੇ ਤੇ ਆਪਣੀ ਹੀ ਖਾਕ ਲਈ ਮਰਨ ਦੇ। ਕਿਤਾਬ ਤੁਹਾਨੂੰ ਅਰਥ ਸਿਖਾਉਂਦੀ ਹੈ ਪਿਆਰ ਕਰਨ ਦੇ, ਝਨਾਵਾਂ ਤਰਨ ਦੇ, ਆਪਣੀ ਹੀ ਰਾਖ ਵਿੱਚੋਂ ਜਿਉਣ ਦੇ ਤੇ ਆਪਣੀ ਹੀ ਖਾਕ ਲਈ ਮਰਨ ਦੇ। ਇਹ ਸਮਝਾਉਂਦੀ ਹੈ ਮਾਰੂਥਲ 'ਚ ਲੱਭੀ ਡਾਚੀ ਦੀ ਪੈੜ ਦਾ ਰਹੱਸ। ਇਹ ਸਿਖਾਉਂਦੀ ਹੈ ਬਲਦੇ ਹੱਥਾਂ ਦੁਆਰਾ ਹਵਾ 'ਚ ਲਿਖੇ ਹਰਫਾਂ ਦਾ ਸੱਚ। ਇਹ ਦਿੰਦੀ ਵਗਦੀਆਂ ਹਵਾਵਾਂ ਦੇ ਖਿਲਾਫ ਖੜਨ ਦਾ, ਹੰਸਿਆਰਿਆਂ ਦੇ ਖਿਲਾਫ ਮਜ਼ਲੂਮਾਂ ਦੀ ਬਾਹ ਫੜਨ ਦਾ, ਬਸ਼ਰਤੇ ਕਿ ਤੁਹਾਨੂੰ ਕਿਤਾਬ ਨੂੰ ਪੜ੍ਹਨਾ, ਪੜ੍ਹ ਕੇ ਜਾਣਨਾ, ਜਾਣ ਕੇ ਮੰਨਣਾ, ਮਾਣ ਕੇ ਧਿਆਉਣਾ, ਧਿਆ ਕੇ ਜਿਉਣਾ, ਕਿਉਂਕਿ ਬਿਉਂਤਣਾ, ਬਿਉਂਤ ਕੇ ਸਿਰਜਣਾ, ਸਤਿਕਾਰਨਾ, ਪਿਆਰਨਾ ਤੇ ਕਿਤਾਬ ਨਾਲ ਇਸ਼ਕ ਕਰਨਾ ਆਉਂਦਾ ਹੋਵੇ ਤੇ ਕਿਤਾਬ ਵਾਹ ਸਹੀ ਹੈ। ਬਹੁਤ ਬਹੁਤ ਕਿਤਾਬ ਦਾ ਬਹੁਤ ਖੂਬਸੂਰਤ ਵਰਣਨ ਕੀਤਾ। ਮੈਂ ਕਿਤਾਬਾਂ ਵੈਸੇ ਪੜ੍ਹਨਾ ਔਰ ਉਸਨੂੰ ਮੰਨਣਾ ਬਹੁਤ ਵੱਡੀ ਗੱਲ ਹੈ। ਕਿਤਾਬ ਨੂੰ ਜਾਣਨਾ ਇੱਕ ਵਿਅਕਤੀ ਨੂੰ ਜਾਣ ਲੈਣ ਦੇ ਬਰਾਬਰ ਹੁੰਦਾ। ਕਹਿੰਦੇ ਕਿ ਔਰਤ ਨੂੰ ਤੇ ਕਿਤਾਬ ਨੂੰ ਬੇਸਬਰੇ ਬੰਦੇ ਕਦੇ ਨਹੀਂ ਪੜ੍ਹ ਸਕਦੇ। ਜੀ 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 ਵਧੀਆ ਵਧੀਆ। ਟਿਕੀ ਹੋਈ ਬਿਰਤੀ ਸੰਜਮ ਕੇ ਸੋਹਜ ਚਾਹੀਦਾ, ਕਿਉਂਕਿ ਜਿਸ ਨੂੰ ਪੜ੍ਹਨਾ ਆ ਗਿਆ ਉਹ ਸਾਧ ਹੋ ਗਿਆ। ਕਿਆ ਬਾਤ। ਗੱਲ ਨਹੀਂ ਹੁੰਦੀ। ਹੁਣ ਆਪਣਾ ਕਿਉਂਕਿ ਆਪਾਂ ਸਮਾਪਤੀ ਵੱਲ ਪਹੁੰਚ ਚੁੱਕੇ ਆ ਔਰ ਵਕਤ ਹੋ ਚੁੱਕਿਆ, ਅਲਵਿਦਾ ਲੈਣੇ ਆ। ਫਿਰ ਮਿਲਣ ਦੇ ਵਾਅਦੇ ਨਾਲ ਮੈਂ ਆਪਣੀਆਂ 2 ਹਿੰਦੀ ਲਾਈਨਾਂ, ਕਿਉਂਕਿ ਫਿਰ ਮੈਂ ਉਹ ਵੀ ਕੱਢਣੀਆਂ ਹੁੰਦੀਆਂ ਨੇ ਬਾਹਰ। तेरी आजमाने की जिद, शुक्रिया जी, तेरी आजमाने की जिद है, मेरी मुस्कुराने की जिद है, इन आजमाइशों ने दी है वो दीदा दिलेरी, इन आजमाइशों ने दी है वो दीदा दिलेरी, के फूल कागज का हूँ पर महक जाने की जिद। सारे बहुत शुक्रिया जी, बहुत खूब। हाँ जी, मीडिया प्रवास का डॉक्टर जी का और ਕੋਟਲਾ ਜੀ ਦਾ ਔਰ ਸ਼ਾਮਲ ਹੋਈਆਂ ਸਾਰੀਆਂ ਹੀ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਤੇ ਖੂਬਸੂਰਤ ਗੁਲਦਸਤੇ ਵਰਗੇ ਪ੍ਰੋਗਰਾਮ ਨੂੰ ਅਸੀਂ ਮਾਣਿਆ ਔਰ ਮਿਲੇ ਇੱਕ ਦੂਸਰੇ ਨੂੰ। ਬਹੁਤ ਬਹੁਤ ਸ਼ੁਕਰੀਆ। ਜਾਂਦੇ ਜਾਂਦੇ ਇੱਕ ਬੇਨਤੀ ਹੈ ਜੀ ਤੁਹਾਨੂੰ ਕਿ ਇਹ ਪ੍ਰੋਗਰਾਮ ਦਾ ਲਿੰਕ ਤੁਹਾਨੂੰ ਜਲਦੀ ਭੇਜ ਦਿੱਤਾ ਜਾਊਗਾ ਤੇ ਇੱਕ ਬੇਨਤੀ ਇਹ ਹੈ ਕਿ ਪ੍ਰੋਗਰਾਮ ਨੂੰ ਦੇਖਿਆ ਜ਼ਰੂਰ ਕਰੋ, ਕਿਉਂਕਿ ਮੀਡੀਆ ਪ੍ਰਵਾਸ ਇੱਕ ਉਹ ਸੰਸਥਾ ਹੈ ਜਿਹਨੇ ਮਤਲਬ ਸਾਹਿਤ ਨੂੰ ਪ੍ਰਮੋਟ ਕਰਨ ਦਾ ਜਿਹੜਾ ਕੰਮ ਕਰ ਰਹੀ ਹੈ। ਤੇ ਇਸ ਕਰਕੇ ਜਦੋਂ ਫਿਰ ਆਪਾਂ ਦੇਖਦੇ ਆਪਣੇ ਪ੍ਰੋਗਰਾਮਾਂ ਨੂੰ ਆਪ ਨਹੀਂ ਦੇਖਦੇ ਤਾਂ ਉਦੋਂ ਪ੍ਰੋਗਰਾਮ ਨਾਲ ਨਿਰਾਸ਼ੇ ਰਹਿ ਜਾਂਦੇ ਨੇ ਇਸ ਤਰ੍ਹਾਂ ਹੀ। ਤੇ ਆਪਾਂ ਕੋਸ਼ਿਸ਼ ਕਰੀਏ ਆਪ ਦੇਖੀਏ ਤੇ ਅੱਗੇ ਦੋਸਤਾਂ ਨੂੰ ਲਿੰਕ ਭੇਜੀਏ ਤਾਂ ਕਿ ਆਪਣਾ ਐਡਾ ਸੋਹਣਾ ਕਵੀਆਂ ਦਾ ਇਹ ਕਾਫਲਾ ਹੁੰਦਾ ਹੈ, ਇਸ ਨੂੰ ਜੇ 100-200 ਬੰਦਾ ਦੇਖੇ ਹੀ ਨਾ ਤਾਂ ਫਿਰ ਉਹਦਾ ਕੀ ਫਾਇਦਾ ਹੁੰਦਾ ਹੈ। ਮਤਲਬ ਮੈਂ ਦੇਖਿਆ ਆਮ ਤੌਰ ਤੇ 1 ਘੰਟੇ ਦੇ ਪ੍ਰੋਗਰਾਮ ਨੂੰ ਲਗਭਗ 2-3 ਘੰਟੇ ਵੱਧ ਤੋਂ ਵੱਧ ਦੇਖਿਆ ਜਾਂਦਾ ਹੈ, ਸਾਰੇ ਕੁੱਲ ਮਤਲਬ 2-3 ਘੰਟੇ। ਸੋ ਆਪਾਂ ਥੋੜਾ ਜਿਹਾ ਆਪ ਵੀ ਦੇਖਿਆ ਕਰੀਏ ਤੇ ਆਪਣੇ ਅੱਗੇ ਸਾਥੀਆਂ ਦੋਸਤਾਂ ਨੂੰ ਵੀ ਇਹਦਾ ਲਿੰਕ ਭੇਜਿਆ ਕਰੀਏ ਤਾਂ ਕਿ ਆਪਾਂ ਇੰਨੀ ਪ੍ਰਮੋਟ ਕਰ ਸਕੀਏ। ਠੀਕ ਹੈ ਸਰ, ਠੀਕ ਹੈ, ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ ਜ਼ਰੂਰ ਜੀ। ਬਹੁਤ ਸ਼ੁਕਰੀਆ।